ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀਓ। ਕਾਮ ਕ੍ਰੋਧ ਲੋਭ ਝੂਠ ਨਿੰਦਾ, ਕਾਮ ਕ੍ਰੋਧ ਲੋਭ ਝੂਠ ਨਿੰਦਾ, ਇਨ ਤੇ ਆਪ ਛਡਾਵੋ। ਇਹ ਭੀਤਰ ਤੇ ਇनको ਡਾਰੋ, ਆਪਣ ਨਿਕਟ ਬੁਲਾਵੋ। ਆਪਣੀ ਬਿਦ ਆਪ ਜਨਾਵੋ, ਹਰ ਜਨ ਮੰਗਲ ਗਾਵੋ। ਆਪਣੀ ਬਿਦ ਆਪ ਜਨਾਵੋ, ਹਰ ਜਨ ਮੰਗਲ ਗਾਵੋ। ਬਿਸਰ ਨਾਹੀ ਕਬਹੂ ਹੀਐ ਤੇ, ਇਹ ਬਿਦ ਮਨ ਮਹਿ ਪਾਵੋ। ਗੁਰਪੂਰਾ ਭੇਟਿਓ ਵਡ ਭਾਗੀ, ਜਨ ਨਾਨਕ ਕਤਹਿ ਨਾ ਥਾਵੋ। ਗੁਰਪੂਰਾ ਭੇਟਿਓ ਵਡ ਭਾਗੀ, ਜਨ ਨਾਨਕ ਕਤਹਿ ਨਾ ਥਾਵੋ। ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਦਾਤਾਰ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਦੂਸਰੇ ਦਿਨ ਦੇ ਇਸ ਗੁਰਮਤਿ ਦੀਵਾਨ ਦੀ ਹਾਜ਼ਰੀ ਭਰ ਰਹੇ ਗੁਰੂ ਸਵਾਰੇ ਸਤ ਸੰਗੀ ਜਨੋ, ਸੋਦਰ ਰਹਿ ਰਾਜ ਸਾਹਿਬ ਜੀ ਦੇ ਪਾਠ ਤੋਂ ਲੈ ਕੇ ਹੁਣ ਤੱਕ ਆਪ ਜੀ ਨੇ ਨਰੋਲ ਗੁਰਬਾਣੀ ਦਾ ਕੀਰਤਨ ਗੁਰੂ ਪਿਆਰ ਵਾਲੇ ਕੀਰਤਨੀਏ ਗੁਰਸਿੱਖਾਂ ਪਾਸੋਂ ਸਰਵਣ ਕੀਤਾ ਹੈ। ਸਨਮਾਨਯੋਗ ਭਾਈ ਸਾਹਿਬ ਜੀ ਹੋਣਾ ਨੇ ਕੀਰਤਨ ਦੀ ਸਮਾਪਤੀ ਅੱਜ ਇੱਕ ਹੀ ਪ੍ਰਕਰਨ ਤੇ ਇੱਕ ਹੀ ਸਬਜੈਕਟ ਤੇ 3 ਸ਼ਬਦ ਗਾਇਨ ਕਰਕੇ ਕੀਤੀ ਹੈ। ਪਹਿਲਾ ਸ਼ਬਦ ਸੀ ਕਿ ਉਸ ਸਤ ਸੰਗਤ ਵਿੱਚ ਜਾ ਕੇ ਬੈਠ ਜਿੱਥੇ ਪਰਮਾਤਮਾ ਦੇ ਨਾਮ ਨੂੰ ਬੁਲਾਇਆ ਜਾਂਦਾ ਹੈ, ਰਿੜਕਿਆ ਜਾਂਦਾ ਹੈ। ਇਹਦਾ ਭਾਵ ਕਿ ਪਰਮਾਤਮਾ ਦਾ ਨਾਮ ਸਤ ਸੰਗਤ ਵਿੱਚ ਕਿਹਾ ਜਿੱਥੇ ਹਰ ਕਾ ਹਰ ਨਾਮ ਬਲੋਈਐ। ਬੁਲਾਉਣ ਦਾ ਭਾਵ ਕੀ ਹੈ
ਕੀ ਸੀ ਅਰਥ ਨਾਮ ਨੂੰ ਮੰਥਨ ਕਰਨ ਦਾ। ਦੂਸਰਾ ਸ਼ਬਦ ਗਾਇਨ ਕੀਤਾ, ਵੱਡ ਭਾਗੀ ਕਰ ਸੰਗਤ ਪਾਵੈ, ਭਾਗਹੀਨ ਭ੍ਰਮ ਚੋਟਾਂ ਖਾਵੈ, ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਦੇਖੋ ਕੁਦਰਤੀ ਤੌਰ ਤੇ ਅੱਜ ਸਬੱਬ ਕੈਸਾ ਬਣਿਆ 2 ਦਿਨਾਂ ਦਾ। ਕਈ ਵਾਰੀ ਬੰਦਾ ਮਿੱਥ ਕੇ ਨਹੀਂ ਇਹ ਸੋਚਦਾ। ਕੱਲ ਭਾਈ ਸਾਹਿਬ ਨੇ ਜਦੋਂ ਅਖੀਰਲਾ ਸ਼ਬਦ ਪੜਿਆ ਉਹ ਵੀ ਗੁਰੂ ਅਰਜੁਨ ਦੇਵ ਦਾ, ਤੇ ਅੱਜ ਜਿਹੜਾ ਅਖੀਰ ਵਾਲਾ ਸ਼ਬਦ ਪੜਿਆ ਉਹ ਵੀ ਧੰਨ ਗੁਰੂ ਅਰਜੁਨ ਦੇਵ ਦਾ। ਤੇ ਕੱਲ ਗੁਰੂ ਅਰਜੁਨ ਦੇਵ ਕਹਿ ਰਹੇ ਸਨ, ਮੇਰੇ ਮਿੱਤਰ ਮੈਂ ਬੇਨਤੀ ਕਰਨਾ, ਮੇਰੀ ਗੱਲ ਧਿਆਨ ਨਾਲ ਸੁਣ ਕੇ ਜਾਈਂ। ਤੇ ਅੱਜ ਕਹਿ ਰਹੇ ਨੇ, ਮੇਰੇ ਮਿੱਤਰ ਇੱਕ ਹੋਰ ਸੁਣ ਜਾ ਮੇਰੀ ਬਾਤ, ਕਿ ਸਤ ਸੰਗਤ ਵਰਗੀ ਮਹਿਮਾ ਹੋਰ ਕਿਤੇ ਨਹੀਂ। ਕੱਲ ਸੀ ਕਿ ਕਰੋ ਬੇਨੰਤੀ ਸੁਨੋ ਮੇਰੇ ਮੀਤਾ, ਤੇ ਅੱਜ ਸ਼ਬਦ ਗਾਇਨ ਕੀਤਾ ਗਿਆ, ਮਹਿਮਾ ਸਾਧੂ ਸੰਗ ਕੀ ਸੁਨ ਹੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ ਨਿਰਮਲ ਭੈ ਚੀਤਾ। ਆਓ ਆਪ ਬੜੇ ਟਿਕਾ ਨਾਲ ਬੈਠੇ ਹੋ, ਇੱਕ ਯਤਨ ਕਰੋ ਕਿ ਸੱਚੀ ਮੁੱਚੀ ਮਨ ਦੀ ਹਾਜ਼ਰੀ ਲਵਾ ਸਕੀਏ, ਕਿਉਂਕਿ ਸਰੀਰਕ ਤੌਰ ਤੇ ਅਸੀਂ ਜਿੱਥੇ ਵੀ ਜਾਂਦੇ ਹਾਂ ਸਾਡਾ ਤਨ ਨਾਲ ਰਹਿੰਦਾ ਹੈ, ਤੇ ਜਿੱਥੇ ਸਰੀਰ ਜਾਏਗਾ ਉੱਥੇ ਸਾਡੇ ਸਰੀਰ ਦੇ ਸਵਾਸ ਵੀ ਨਾਲ ਮੌਜੂਦ ਰਹਿਣਗੇ। ਪਰ ਜੇ ਕਿਸੇ ਨੇ ਪੂਰਨੀ ਇਕਾਗਰਤਾ ਦਾ ਆਨੰਦ ਮਾਣਨਾ, ਜਿੱਥੇ ਸਰੀਰ ਨੇ ਉੱਥੇ ਸਵਾਸ ਹੈ, ਤੇ ਕਿਤਨਾ ਚੰਗਾ ਹੋਵੇ ਸਰੀਰ ਤੇ ਸਵਾਸਾਂ ਨਾਲ ਮਨ ਨੂੰ ਵੀ ਉੱਥੇ ਰਹਿਣ ਦੀ ਜਾਚ ਆ ਜਾਏ, ਮਨ ਵੀ ਉੱਥੇ ਟਿਕ ਜਾਏ। ਆਪਣੇ ਅੰਦਰ ਨੂੰ ਟਿਕਾਣ ਦਾ ਯਤਨ ਕਰੋ। ਧੰਨ ਗੁਰੂ ਅਰਜੁਨ ਸਾਹਿਬ ਜੀ ਦੇ ਇਹਨਾਂ ਅੰਮ੍ਰਿਤ ਬਚਨਾਂ ਨੂੰ ਆਪ ਜੀ ਦੇ ਸਮਕਸ਼ ਰੱਖਾਂ। ਆਪ ਬਖਸ਼ੋ ਅਸੀਸ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਆਪਣੇ ਸ਼ਬਦ ਦੀ ਕਲਾ ਵਰਤਾ ਕੇ ਆਪ ਹੀ ਅੰਮ੍ਰਿਤ ਬੋਲਾਂ ਦੀ ਵਿਚਾਰ ਕਰਾ ਲਵੋ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾ ਸ਼ਬਦ ਸੀ ਕਿ ਉਸ ਸਤ ਸੰਗਤ ਵਿੱਚ ਜਾ ਕੇ ਬੈਠ ਜਿੱਥੇ ਪਰਮਾਤਮਾ ਦੇ ਨਾਮ ਨੂੰ ਰਿੜਕਿਆ ਜਾਏ, ਜਿੱਥੇ ਹਰ ਕਾ ਹਰ ਨਾਮ ਬਿਲੋਈਐ। ਹਜ਼ੂਰ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਜਦੋਂ ਅਸੀਂ ਪੜ੍ਹਨੇ ਹਾਂ, ਤੇ ਦਾਤਾਰ ਜੀ ਨੇ ਪਹਿਲੀ ਗੱਲ ਤਾਂ ਇਹ ਸਮਝਾਈ ਵੀ ਸਤ ਸੰਗਤ ਹੁੰਦੀ ਕੀ ਹੈ। ਸਤ ਸੰਗਤ ਆਪਾਂ ਕਿਸ ਨੂੰ ਕਹਿੰਦੇ ਹਾਂ? ਕਿ ਕੁਛ ਆਦਮੀਆਂ ਦੇ ਇਕੱਠ ਨੂੰ ਸਤ ਸੰਗਤ ਕਿਹਾ ਜਾਂਦਾ ਹੈ, ਕਿ ਜਿੱਥੇ 4 ਬੰਦੇ ਬੈਠ ਕੇ ਕੇਵਲ ਆਪਣੇ ਧੜੇ ਦੀ ਬਾਤ ਕਰਨ ਉਸ ਨੂੰ ਸਤ ਸੰਗਤ ਕਿਹਾ ਜਾਂਦਾ ਹੈ, ਕਿ 4 ਬੰਦੇ ਜਿੱਥੇ ਬੈਠ ਕੇ ਕੁਛ ਸਰੀਰ ਦੁਨੀਆ ਦੀਆਂ ਗੱਲਾਂ ਦੀ ਚਰਚਾ ਛੇੜ ਦੇਣ ਉਹਨੂੰ ਸਤ ਸੰਗਤ ਕਿਹਾ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਨੇ ਫੈਸਲਾ ਕੀਤਾ, ਕਹਿਣ ਲੱਗੇ ਸਤ ਸੰਗਤ ਕੇਵਲ ਉਹ ਇਕੱਠ ਹੈ ਜਿੱਥੇ ਪ੍ਰਭੂ ਦੇ ਨਾਮ ਤੋਂ ਬਿਨਾਂ ਦੂਜੀ ਕੋਈ ਬਾਤ ਨਾ ਕੀਤੀ ਜਾਏ। ਸਤ ਸੰਗਤ ਕੀ ਹੈ? ਜਿਸ ਦੀ ਮਹਿਮਾ ਸੰਬੰਧੀ ਅਸੀਂ ਵਾਚਨਾ ਹਜ਼ੂਰ ਦੇ ਅੰਮ੍ਰਿਤ ਬੋਲ ਨੇ। ਸਤ ਸੰਗਤ ਕੈਸੀ ਜਾਣੀਐ, ਕਿਹੋ ਜੀ ਹੈ ਸਤ ਸੰਗਤ? ਉੱਥੇ ਆਪਣੀ ਬਾਤ ਨਹੀਂ, ਉੱਥੇ ਸੰਸਾਰ ਦੀ ਚਰਚਾ ਨਹੀਂ। ਸਤ ਸੰਗਤ ਕੈਸੀ ਜਾਣੀਐ, ਜਿੱਥੈ ਏਕੋ ਨਾਮ ਵਖਾਣੀਐ। ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਜਿੱਥੇ ਕੇਵਲ ਇੱਕ ਪ੍ਰਭੂ ਦੇ ਨਾਮ ਦੀ ਗੱਲ ਹੋਵੇ, ਪਰਮਾਤਮਾ ਦੀ ਇਬਾਦਤ ਦੀ ਬੰਦਗੀ ਦੀ ਗੱਲ ਹੋਵੇ। ਹੁਣ ਇੱਥੇ ਪਹਿਲਾ ਸ਼ਬਦ ਪੜ੍ਹਿਆ ਗਿਆ ਕਿ ਸਤ ਸੰਗਤ ਵਿੱਚ ਜਾਂ ਜਿੱਥੇ ਪਰਮਾਤਮਾ ਦੇ ਨਾਮ ਨੂੰ ਬਿਲੋਇਆ ਜਾਂਦਾ ਹੈ, ਰਿੜਕਿਆ ਜਾਂਦਾ। ਇਹਦਾ ਕੋਈ ਭਾਵ ਸੀ? ਜਦੋਂ ਆਪਾਂ ਘਰਾਂ ਵਿੱਚ ਦੁੱਧ ਰਿੜਕਦੀਆਂ ਬੀਬੀਆਂ ਸਵਾਣੀਆਂ ਨੂੰ ਦੇਖਦੇ ਹਾਂ, ਪਹਿਲੀ ਗੱਲ ਤਾਂ ਇਹ ਕਿ ਦੁੱਧ ਉਸ ਭਾਂਡੇ ਵਿੱਚ ਹੀ ਰਿੜਕਿਆ ਜਾ ਸਕਦਾ ਹੈ ਜਿਹੜਾ ਭਾਂਡਾ ਪਹਿਲਾਂ ਨਿਰਮਲ ਹੋਵੇਗਾ। ਸਵੱਛ ਭਾਂਡੇ ਨੂੰ ਨਿਰਮਲ ਭਾਂਡੇ ਵਿੱਚ ਦੁੱਧ ਪਾਇਆ ਜਾਂਦਾ ਹੈ।
ਉਸ ਨੂੰ ਤਪਾ ਕੇ ਜਾਗ ਲਾਈ ਜਾਂਦੀ ਏ। ਜਾਗ ਲਾਉਣ ਤੋਂ ਬਾਅਦ ਜਦੋਂ ਦੁੱਧ ਜੰਮ ਜਾਂਦਾ ਹੈ ਤੇ ਫਿਰ ਸਵਾਣੀ, ਫਿਰ ਬੀਬੀ ਘਰ ਦੀ ਮਾਲਕ ਉਸ ਨੂੰ ਮਧਾਣੀ ਰਾਹੀਂ ਰਿੜਕਦੀ ਏ। ਪਰ ਕਦੀ ਤੱਕਿਓ ਉਹਦੇ ਰਿੜਕਣ ਦੀ ਜੁਗਤ ਨੂੰ ਸਤ ਸੰਗਤ ਵਿੱਚ ਵਰਤੀਏ, ਉਹਦੇ ਰਿੜਕਿਆਂ ਵਿੱਚੋਂ ਮੱਖਣ ਨਿਕਲਦਾ ਹੈ। ਜੇ ਸਤ ਸੰਗਤ ਵਿੱਚ ਅੰਦਰ ਰਿੜਕਣ ਦੀ, ਨਾਮ ਰਿੜਕਣ ਦੀ ਜਾਂਚ ਆ ਜਾਏ ਤੇ ਇਹਦੇ ਵਿੱਚੋਂ ਅੰਮ੍ਰਿਤ ਨਿਕਲੇਗਾ। ਕਿਵੇਂ ਉਹ ਰਿੜਕਿਆ ਜਾਂਦਾ ਹੈ? ਪਹਿਲੀ ਗੱਲ, ਭਾਂਡਾ ਸਾਫ਼ ਹੋਵੇ। ਦੂਸਰੀ ਬਾਤ ਕਿ ਰਿੜਕਣ ਤੋਂ ਪਹਿਲਾਂ ਦੁੱਧ ਟਿਕਾਓ ਵਿੱਚ ਹੋਵੇ। ਤੇ ਜਿਸ ਵੇਲੇ ਦੁੱਧ ਰਿੜਕਦੇ ਸਨ ਪੁਰਾਤਨ ਸਮੇਂ, ਲੱਕੜ ਦੀ ਮੁਦਾਣੀ ਦਾ ਫੁੱਲ ਉਸ ਜੰਮੇ ਹੋਏ ਦੁੱਧ ਦੇ ਵਿੱਚ ਘੁੰਮਦਾ ਹੈ ਤੇ ਸਵਾਣੀ ਨੇ ਆਪਣੇ ਹੱਥ ਨਾਲ ਨੇਤਰਾ ਰੱਸੀ ਵਿੱਚ 2 ਲੱਕੜ ਦੀਆਂ ਇੱਟੀਆਂ, 2 ਗੁੱਲੀਆਂ ਪਾਈਆਂ ਨੇ। ਉਹ ਖੱਬੇ ਤੇ ਸੱਜੇ ਹੱਥ ਨਾਲ ਵਾਰ-ਵਾਰ ਮਧਾਣੀ ਨੂੰ ਗੇੜਾ ਦਿੰਦੀ ਏ, ਚੱਕਰ ਦਿੰਦੀ ਏ। ਉਹ ਆਪਣੇ ਹੱਥਾਂ ਵਿੱਚੋਂ ਓਨੀ ਦੇਰ ਤੱਕ ਲੱਕੜ ਦੀਆਂ ਇੱਟੀਆਂ ਛੱਡਦੀ ਨਹੀਂ ਜਿੰਨੀ ਦੇਰ ਤੱਕ ਰਿੜਕਣ ਦੇ ਨਾਲ ਮੱਖਣ ਬਾਹਰ ਨਾ ਆ ਜਾਏ। ਮਹਾਰਾਜ ਜੀ ਨੇ ਬਾਣੀ 'ਚ ਕਿਹਾ, ਕਹਿਣ ਲੱਗੇ, ਤੇਰਾ ਸਰੀਰ ਇੱਕ ਭਾਂਡਾ ਹੈ, ਇੱਕ ਚਾਟੀ ਹੈ। ਇਹਦੇ ਵਿੱਚ ਸ਼ੁਭ ਕਰਮਾਂ ਦਾ ਦੁੱਧ ਇਕੱਠਾ ਕਰ, ਇਹਦੇ ਵਿੱਚ ਪਰਮਾਤਮਾ ਦੀ ਬੰਦਗੀ, ਉਹਦੀ ਕਿਰਪਾ ਦਾ ਦੁੱਧ ਇਕੱਠਾ ਕਰ। ਪਰ ਸਤ ਸੰਗਤ ਵਿੱਚ ਜਾ ਕੇ ਗੱਲ ਯਾਦ ਰੱਖੀ ਕਿ ਚਾਟੀ ਵਿੱਚ ਤਾਂ ਲੱਕੜ ਦੀ ਮਧਾਣੀ ਦਾ ਫੁੱਲ ਘੁੰਮਦਾ ਹੈ। ਜੇ ਇਸ ਸਰੀਰ ਮਧਾਣੀ ਵਿੱਚ ਤੂੰ ਰਿੜਕਣਾ ਚਾਹੁੰਦਾ ਹੈ ਤੇ ਆਪਣੀ ਜੀਭ ਨੂੰ ਬਣਾ ਤੂੰ ਲੱਕੜ ਦੀ ਮਧਾਣੀ ਦਾ ਫੁੱਲ ਤੇ ਆਪਣੇ ਮਨ ਨੂੰ ਬਣਾ ਲੱਕੜ ਦੀਆਂ ਇੱਟੀਆਂ। ਜੇ ਦੁੱਧ ਰਿੜਕਦਿਆਂ ਸਵਾਣੀ ਇੱਟੀਆਂ ਹੱਥਾਂ ਵਿੱਚੋਂ ਨਹੀਂ ਛੱਡਦੀ ਤੇ ਪਰਮਾਤਮਾ ਦਾ ਨਾਮ ਜਪਦਿਆਂ ਆਪਣੇ ਮਨ ਨੂੰ ਕੁੱਟ ਕੇ ਪਕੜ ਕੇ ਰੱਖ ਕਿ ਨਾਮ ਜਪਦਿਆਂ ਮਨ ਦੀਆਂ ਇੱਟੀਆਂ ਕਿਤੋਂ ਹੱਥੋਂ ਛੁੱਟ ਨਾ ਜਾਣ। ਆਹ ਹੈ ਸਤ ਸੰਗਤ ਵਿੱਚ ਬੈਠ ਕੇ ਹਰ ਨਾਮ ਨੂੰ ਬੁਲਾਉਣਾ। ਇਹ ਬਚਨ ਬਾਬਾ ਨਾਨਕ ਜੀ ਨੇ ਕਿਹਾ। ਅਸੀਂ ਪੜ੍ਹਦੇ ਹਾਂ, ਭਾਂਡਾ ਧੋਏ ਤਿਤ ਜਾਏ ਬਹੁ ਸਤ ਸੰਗ ਦੀ। ਉਸ ਸੰਗਤ ਵਿੱਚ ਜਿੱਥੇ ਪ੍ਰਮਾਤਮਾ ਦਾ ਨਾਮ ਰਿੜਕਿਆ ਜਾਂਦਾ ਹੈ। ਭਾਂਡਾ ਧੋਏ ਬੈਸ ਧੂਪ ਦੇਵੋ ਤੋ ਦੁੱਧੈ ਕੋ ਜਾਵੋ। दूध कर्म पुन सुरत समायन होए निराश जमावो। ते की रिड़कना जपो ता एको नामा अवर निराफल कामा। ते अगलियां तुकां ने ए मन ईटी खात करो। इन्हां मन दियां इट्टियां नूं कुट के पकड़, क्योंकि जे इट्टियां गुलियां ना घुट के पकड़ियां ते मधाणी दा गेड़ा नहीं आउणा। जे मधाणी ना घुमी ते दुध विचों मक्खन नहीं निकल सकदा। मन इट्टी है, जबान मधाणी दा फुੱਲ। कदी मन दियां इट्टियां नूं पकड़ के अंदर दा मंथन करिए। जपो तां एको नामा अवर निराफल कामा। ए मन ईटी खात करो फुन नेत्रो नींद ना आवे। रसना नाम जपो तब मथिया इन बिद अमृत पावो। आ तरीका है अपने अंदर दा मंथन करन दा। ये भाई साहब ने पहला शब्द गायन किया। मैं सिर्फ संखेप जै अर्थ करने ने, हर एक शब्द दे आखरी अर्थ नहीं। उस तो अगला शब्द पढ़िया, कहन लगे जेड़े संगत विच आके बैठे ने वो अपने अंतर आत्मे के गल याद रखन कि भागा तो बिना गुरु दे कोल नहीं बैठा जाता। पिछले दिनी एक उदाहरण दिती सी, मेरा ख्याल है इन्हां दीवाना विच ही। ते उदाहरण है साडे पेंडू कल्चर दी, पंजाब दे सभ्याचार दी ते गुरु ग्रंथ साहिब दी बाणी विचों है कि सत संगत विच कौन बैठ सकता है, सत संगत विच कीर्तन कौन सुन सकता है, सत संगत विच आके परमात्मा दे नाम दा चिंतन कौन कर सकता है। बाबे नानक ने अमृत बाणी विच ये उदाहरण दिती। बच्चे दा विआह हुंदा है, पिंडां दे विच एक रिवाज है। मैं समाजिक रस्म कह रहा इहनूं गुरमत दी ना समझना कि पिंडां विच एक रिवाज है साडे कल्चर विच, साडे सभ्याचार विच कि बच्चे दे विआह तो पहला कुछ दिन अपने घर दे विच गौण बिठाया जाता है। ते जिस घर दे विच विआह हुंदा है उस घर दी बजुर्ग माई लागण नूं बुला के, कम घरां विच करन वाली औरत नूं बुला के दस दईए कि पिंड दे विच इन्हां लोकां नाल साडी वरतन भाजी है। एक काम करी, सारे पिंड विच जिन्हां जिन्हां दे मैं नाम दसनियां इन्हां नूं सद्दा दे आवीं कि अज रात तो साडे घर दे विच विआह दी खुशी दा गौण बैठना है। यही शब्द वरतदे सां, गौण बहना। उस लागन ने
ਪਿੰਡ ਵਿੱਚ ਤੁਰਨਾ। ਜਿਸ ਜਿਸ ਘਰ ਦਾ ਸੁਣੇਗਾ ਸੀ ਸੱਦਾ ਸੀ, ਦਰਵਾਜ਼ੇ ਖੜਕਾ ਕੇ ਕਹਿਣਾ ਕਿ ਬੀਬੀਓ ਅੱਜ ਫਲਾਣੇ ਘਰ ਦੇ ਵਿਆਹ ਦਾ ਸੱਦਾ ਜੇ ਤੁਹਾਨੂੰ, ਕਿ ਸ਼ਾਮ ਨੂੰ ਉਹਨਾਂ ਦੇ ਘਰ ਵਿੱਚ ਵਿਆਹ ਦੀ ਖੁਸ਼ੀ ਵਿੱਚ ਗਾਉਣ ਬੈਠਣਾ ਤੇ ਜ਼ਰੂਰ ਆਇਓ। ਕੌਣ ਆਉਂਦੇ ਨੇ ਸਤ ਸੰਗਤ ਵਿੱਚ? ਉਹਨਾਂ ਸ਼ਾਮ ਪੈਣੀ ਬੀਬੀਆਂ ਨੇ ਘਰਾਂ ਦੇ ਕੰਮ ਮੁਕਾਣੇ ਤੇ ਵਿਆਹ ਵਾਲੇ ਘਰ ਵਿੱਚ ਵੇਲਾਂ ਚੁੱਕ ਕੇ ਥਾਲੀ ਵਿੱਚ ਦਾਣੇ ਪਾ ਕੇ ਤੁਰੀਆਂ ਆਉਣਾ। ਰਾਤ ਦੇ ਖਨੇਰੇ ਵਿੱਚ ਘਰ ਦੀਵੇ ਬਲਨੇ ਪੁਰਾਤਨ ਸਮੇਂ, ਤੇ ਬੀਬੀਆਂ ਨੇ ਅੱਧੀ ਰਾਤ ਤੱਕ ਗਾਈ ਜਾਣਾ, ਸੁਹਾਗ ਦੇ ਗੀਤ ਗਾਉਣੇ। ਤੇ ਜਿਸ ਘਰ ਵਿੱਚ ਵਿਆਹ ਸੀ ਉਹਦੇ ਬਿਲਕੁਲ ਦੀਵਾਰ ਸਾਂਝੀ ਗਵਾਂਢਣ ਅੱਧੀ ਰਾਤ ਤੱਕ ਗੀਤ ਗਾਏ ਗਏ ਪਰ ਉਹ ਨਾ ਆਈ। ਸਵੇਰੇ ਕਿਸੇ ਨੇ ਪੁੱਛ ਲਿਆ, ਭੈਣੇ ਇਹ ਬਾਣੀ ਦੇ ਅਰਥ ਕਰ ਰਿਹਾ, ਇਹਨੂੰ ਕਹਾਣੀ ਨਾ ਸਮਝਿਓ, ਸਿਰਫ ਸਮਝਾਉਣ ਦਾ ਤੇ ਸਮਝਣ ਦਾ ਇੱਕ ਤਰੀਕਾ ਹੈ। ਸਵੇਰੇ ਗਲੀ ਵਿੱਚੋਂ ਇੱਕ ਬੀਬੀ ਨੇ ਪੁੱਛ ਲਿਆ, ਭੈਣੇ ਅੱਜ ਸਾਰਾ ਪਿੰਡ ਇਹਨਾਂ ਦੇ ਘਰ ਰਾਤ ਨੂੰ ਗਾਉਣ ਲਈ ਇਕੱਠਾ ਹੋਇਆ, ਪਰ ਤੂੰ ਕਿਉਂ ਨਾ ਗਾਉਣ ਆਈ? ਤੇਰੀ ਤਾਂ ਦੀਵਾਰ ਇਸ ਘਰ ਨਾਲ ਸਾਂਝੀ ਏ। ਤੇ ਅੱਗੋਂ ਉਸ ਗਵਾਂਢਣ ਦਾ ਉੱਤਰ ਸੀ ਕਿ ਉਹੀ ਔਰਤਾਂ ਉਹੀ ਸਵਾਣੀਆਂ ਗਾਉਣ ਗਈਆਂ ਜਿਨ੍ਹਾਂ ਦੇ ਘਰ ਵਿੱਚ ਸੱਦੇ ਗਏ ਸਨ। ਮੇਰੇ ਘਰ ਕਿਹੜਾ ਸੱਦਾ ਗਿਆ? ਜੇ ਸੱਦਾ ਜਾਂਦਾ ਤੇ ਮੈਂ ਵੀ ਗਾਉਣ ਵਾਸਤੇ ਆ ਜਾਂਦੀ। ਮੇਰੇ ਬਾਬੇ ਨੇ ਇਸ ਪਰਮਾਨ ਨੂੰ ਬਾਣੀ ਤੇ ਲਾਇਆ, ਸੰਗਤ ਤੇ ਲਾਇਆ। ਕਹਿਣ ਲੱਗੇ ਉਹ ਗੁਰੂ ਕੀ ਖਜ਼ੂਰੀ ਵਿੱਚ ਬੈਠੇ ਹੋਏ ਪੰਜਾਂ ਤੱਤਾਂ ਦੇ ਸਰੀਰ ਵਿੱਚ ਵਿਚਰਨ ਵਾਲੇ ਇਨਸਾਨ, ਚੇਤੇ ਰੱਖੀ ਇਸ ਸ਼ਹਿਰ ਵਿੱਚ ਪਤਾ ਨਹੀਂ ਹਜ਼ਾਰਾਂ ਦੀ ਤਾਦਾਦ ਵਿੱਚ ਲੋਕ ਲੈਂਦੇ ਹੋਣਗੇ, ਪਰ ਸੰਗਤ ਵਿੱਚ ਕੇਵਲ ਆ ਕੇ ਉਹ ਬੈਠੇਗਾ ਜਿਹਨੂੰ ਮੇਰੇ ਗੁਰੂ ਨੇ ਅੰਦਰੋਂ ਆਪਣੇ ਨਾਮ ਦਾ ਸੱਦਾ ਭੇਜ ਦਿੱਤਾ। ਸੱਦੇ ਤੋਂ ਬਿਨਾਂ ਗਾਇਆ ਨਹੀਂ ਜਾਂਦਾ ਤੇ ਸੱਦੇ ਤੋਂ ਬਿਨਾਂ ਸੰਗਤ ਵਿੱਚ ਬੈਠਾ ਨਹੀਂ ਜਾਂਦਾ। ਬਾਬਾ ਜੀ ਨੂੰ ਫਿਰ ਪੁੱਛੀਏ, ਮਹਾਰਾਜ ਜਿਨ੍ਹਾਂ ਨੂੰ ਸੱਦੇ ਭੇਜ ਕੇ ਤੁਸੀਂ ਸੰਗਤ ਵਿੱਚ ਬੁਲਾਇਆ ਉਹਨਾਂ ਨੂੰ ਮਿਲੇਗਾ ਕੀ? ਕਹਿਣ ਲੱਗੇ ਇੱਕ ਰੱਥ ਨੇ ਬਾਹਰ ਦੇ, ਇੱਕ ਛਤਰ ਤੇ ਸ਼ਮਿਆਨੇ ਨੇ ਤਖਤ ਨੇ ਬਾਹਰ ਦੇ। ਸੰਗਤ ਵਿੱਚ ਆਇਆ ਇਹ 20 ਦਾਤਾਂ ਮਿਲ ਗਈਆਂ ਤੇ ਜਿਹੜਾ ਸਤ ਸੰਗੀ ਬਣ ਜਾਏਗਾ ਇਹ ਦਾਤਾਂ ਤਾਂ ਪਰਮਾਤਮਾ ਜੇ ਸੱਦੇ ਭੇਜ ਕੇ ਨਾਮ ਜਪਾਂਦਾ ਤੇ ਦੁਨੀਆ ਦੀਆਂ ਦਾਤਾਂ ਵੀ ਸੱਦੇ ਭੇਜ ਕੇ ਉਹਦੀ ਝੋਲੀ 'ਚ ਪਾ ਦੇਵੇਗਾ। ਇਹ ਸ਼ਬਦ ਨੂੰ ਕਦੀ ਪੜ੍ਹਿਓ। ਭਾਈ ਸਾਹਿਬ ਨੇ ਜਦੋਂ ਕੀਰਤਨ ਕੀਤਾ ਬੈਠੀ ਖਿਆਲ ਆਇਆ ਕਿ ਵੱਡ ਭਾਗੀ ਕਰ ਸੰਗਤ ਪਾਵੇਂ। ਬਾਣੀ ਵਿੱਚ ਬਚਨ ਹੈ ਕਿ ਪਿੱਛੋਂ ਰਾਤੀ ਸੱਦੜਾ ਨਾਮ ਖਸਮ ਕਾ ਲੈ। ਸੱਦੜੇ ਦਾ ਆਖਰੀ ਅਰਥ ਹੈ ਜਿਨ੍ਹਾਂ ਦੇ ਅੰਦਰ ਸਨੇਹੇ ਗਏ। ਮੈਂ ਅੱਗੇ ਬੇਨਤੀ ਕਰਨੀ, ਆਪਾਂ ਜਿਤਨੇ ਬੈਠੇ ਹਾਂ ਸਾਡੇ ਅੰਦਰ ਕੁਝ ਹੋ ਰਿਹਾ ਹੈ। ਜੇ ਇਸ ਨੂੰ ਬਰੀਕੀ ਨਾਲ ਦੇਖੀਏ ਤੇ ਇਹ ਵੀ ਬੇਨਤੀ ਕਰਨੀ ਹੈ ਕਿ ਸਤ ਸੰਗਤ ਕਰੀਏ ਕਿਵੇਂ, ਕਿਵੇਂ ਸਾਨੂੰ ਲਾਭ ਮਿਲੇ ਸਤ ਸੰਗਤ ਦਾ। ਸਾਹਿਬ ਨੇ ਕਿਹਾ ਪਿੱਛੋਂ ਰਾਤੀ ਸੱਦੜਾ ਨਾਮ ਖਸਮ ਕਾ ਲੈ, ਖੇਮੇ ਛਤਰ ਸਰਾਈਚੇ ਦਿਸਣ ਰੱਥ ਪੀੜੇ, ਜਿੰਨੀ ਤੇਰਾ ਨਾਮ ਧਿਆਇਆ ਤਿਨ ਕੋ ਸੱਦ ਮਿਲੇ। ਇਹ ਦਾਤਾਂ ਉਹਨਾਂ ਨੂੰ ਬੁਲਾ ਕੇ ਦੇਣਾ ਹੈ। ਜਦੋਂ ਆਪਾਂ ਸੰਗਤ ਵੀ ਜਾਣਾ, ਮਹਿਮਾ ਸਤ ਸੰਗਤ ਦੀ ਕਹਿਣ ਤੋਂ ਪਹਿਲਾਂ ਕੁਝ ਬੇਨਤੀਆਂ ਮੈਂ ਆਪ ਦੇ ਸਮਕਸ਼ ਕਰਨੀਆਂ ਨੇ, ਕਿਉਂਕਿ ਸਾਡਾ ਅੰਦਰ ਦਾ ਸੁਭਾਅ ਜਿੰਨੀ ਦੇਰ ਤੱਕ ਤਬਦੀਲ ਨਹੀਂ ਹੁੰਦਾ, ਅਸੀਂ ਸਤ ਸੰਗਤ ਵਿੱਚ ਕਠੋਰ ਸ਼ਬਦ ਨਾ ਸਮਝਿਓ, ਕਈ ਵਾਰੀ ਬੈਠੇ ਵੀ ਕੁਛ ਨਹੀਂ ਲੈ ਸਕਦੇ। ਪਾਣੀ ਦੇ ਵਿੱਚ ਪੱਥਰ ਨੂੰ ਵੀ ਸੱਟ ਦਿਓ, ਪਾਣੀ ਦੇ ਵਿੱਚ ਮਿੱਟੀ ਦੇ ਇੱਕ ਨਿੱਕੇ ਜਿਹੇ ਟੁਕੜੇ ਨੂੰ ਵੀ ਸੱਟ ਦਿਓ ਤੇ ਪਾਣੀ ਦੇ ਵਿੱਚ ਪਤਾਸੇ ਨੂੰ ਵੀ ਸੱਟ ਦਿਓ, ਪਰ ਚੇਤੇ ਰੱਖੋ ਤਿੰਨਾਂ ਦੀ ਤਸਵੀਰ ਵਿੱਚ ਬੜਾ ਅੰਤਰ ਜੇ। ਪਾਣੀ ਇੱਕੋ ਹੀ ਹੈ। ਜਦੋਂ ਪਾਣੀ ਦੇ ਵਿੱਚ ਪੱਥਰ ਸੱਟਿਆ ਉਹ ਕਿਤਨੀ ਦੇਰ ਤੱਕ ਪਾਣੀ ਵਿੱਚ ਰਿਹਾ, ਇੰਜ ਲੱਗਦਾ ਸੀ ਇਹ ਭਿੱਜ ਗਿਆ, ਪਰ ਜਦੋਂ ਪਾਣੀ ਤੋਂ ਬਾਹਰ ਕੱਢਿਆ ਹੈਰਾਨਗੀ ਦੀ ਗੱਲ, ਜਿਹੋ ਜਿਹਾ ਕਠੋਰ ਪਾਣੀ ਵਿੱਚ ਆਉਣ ਤੇ ਪਹਿਲਾਂ ਸੀ ਉਹੋ ਜਿਹਾ ਕਠੋਰ ਪਾਣੀ ਵਿੱਚੋਂ ਫਿਰ ਬਾਹਰ ਚਲਾ ਗਿਆ। ਆਇਆ ਜ਼ਰੂਰ। ਕਿਵੇਂ ਸਤ ਸੰਗਤ ਕਰੀਏ? ਪੱਥਰ ਦੀ ਤਸਵੀਰ ਹੈ, ਪਾਣੀ ਵਿੱਚ ਰਹਿ ਕੇ ਕਠੋਰਤਾ ਨਹੀਂ ਛੱਡੀ, ਪਰ ਜਦੋਂ ਅਸੀਂ ਮਿੱਟੀ ਦੇ ਟੁਕੜੇ ਵੱਲ, ਮਿੱਟੀ ਦੇ ਢੇਲੇ ਨੂੰ ਦੇਖਨੇ ਆ, ਪੇਂਡੂ ਜਿਹਾ ਸ਼ਬਦ ਮੈਂ ਵਰਤਾਂ, ਮਿੱਟੀ ਦਾ ਟੁਕੜਾ ਪਾਣੀ ਵਿੱਚ ਸੱਟ ਦਿਓ, ਮਿੱਟੀ ਦਾ ਟੁਕੜਾ ਉਹ ਆਪਣੇ ਵਜੂਦ ਨੂੰ ਗਾਲਣਾ ਸ਼ੁਰੂ ਕਰੇਗਾ, ਉਹਦਾ ਆਕਾਰ ਜਿਹੜਾ ਮਿਟੇਗਾ, ਪਰ ਹੱਥ ਮਾਰ ਕੇ ਦੇਖਿਓ ਆਕਾਰ ਤਾਂ ਮਿਟ ਜਾਏਗਾ, ਪਰ ਮਿੱਟੀ ਦਾ ਢੇਲਾ, ਮਿੱਟੀ ਆਪਣੀ ਖੋਂਦ ਨਹੀਂ ਮਿਟਣ ਦਿੰਦੀ। ਉਹ ਟੁਕੜਾ ਮਿੱਟੀ ਦਾ ਗਲ ਜਾਏਗਾ, ਪਰ ਗਲਣ ਤੋਂ ਬਾਅਦ ਭਾਂਡੇ ਦੀ ਤਹਿ ਵਿੱਚ ਬਹਿ ਜਾਏਗਾ, ਆਪਣਾ ਵਜੂਦ ਉਹ ਛੱਡਣ ਨੂੰ ਤਿਆਰ ਨਹੀਂ। ਤੇ ਤੀਸਰਾ ਹੈ ਪਤਾਸ਼ਾ।
कदी ਉਹਨੂੰ ਪਾਣੀ ਵਿੱਚ ਸੱਟ ਕੇ ਦੇਖੋ ਕਿ ਕੁਝ ਸਮੇਂ ਤੋਂ ਬਾਅਦ ਹੱਥ ਮਾਰ ਕੇ ਤੱਕੋਗੇ ਕੇਵਲ ਪਾਣੀ ਦਿਸੇਗਾ, ਪਤਾਸਾ ਨਹੀਂ, ਕਿਉਂਕਿ ਉਹਦਾ ਵਜੂਦ ਐਸਾ ਹੈ ਇੱਕ ਵਿੱਚ ਇੱਕ ਵਾਰੀ ਪਾਣੀ ਵਿੱਚ ਡਿੱਗ ਪਿਆ ਤੇ ਪਾਣੀ ਦਾ ਰੂਪ ਹੀ ਹੋ ਗਿਆ ਹੈ। ਕਿਉਂ ਨਹੀਂ ਸਾਡੇ ਅੰਦਰ ਤਬਦੀਲੀ ਆਉਂਦੀ? ਪਿਆਰਿਓ, ਤਿੰਨ ਤਰ੍ਹਾਂ ਦੀ ਬਿਰਤੀ ਨਾਲ ਅਸੀਂ ਲੋਕ ਆਉਂਦੇ ਹਾਂ। ਮੈਨੂੰ ਬਖਸ਼ ਦਿਓ, ਕੁਝ ਲੋਕ ਸਿਰਫ ਇਹਨੂੰ ਨੈਗੇਟਿਵ ਨਾ ਸੋਚਣਾ, ਕਿਉਂਕਿ ਸਾਡੀ ਬਿਰਤੀ ਬਣ ਚੁੱਕੀ ਹੈ। ਗੁਰੂ ਨੇ ਕਿਹਾ ਸੀ ਸਤ ਸੰਗਤ ਵਿੱਚ ਜਾਈ ਤੇ ਗੁਣਾਂ ਦਾ ਗ੍ਰਾਹਕ ਬਣ ਕੇ ਆਈ। ਪਰ ਹੈਰਾਨਗੀ ਦੀ ਗੱਲ ਕਿ ਬੰਦਾ ਇੰਨਾ ਸਮਾਂ ਵੀ ਕੱਢਦਾ ਹੈ, ਪਰ ਸੰਗਤ ਵਿੱਚ ਆ ਕੇ ਵੀ ਕਈ ਵਾਰੀ ਔਗਣ ਹੀ ਇਕੱਠੇ ਕਰੀ ਜਾਂਦਾ ਹੈ। ਛੱਜ ਅਸੀਂ ਘਰਾਂ 'ਚ ਵਰਤਨੇ ਹਾਂ ਤੇ ਛਾਨਣੀ ਵੀ ਘਰਾਂ 'ਚ ਵਰਤਨੇ ਹਾਂ। ਜੇ ਗੁਰੂ ਕੋਲ ਆਉਣਾ ਤੇ ਛੱਜ ਬਣ ਕੇ ਆਈਏ ਸੰਗਤ ਕਰਦਿਆਂ, ਚੇਤੇ ਰੱਖਿਓ ਛਾਨਣੀ ਬਣ ਕੇ ਨਾ ਆਈਏ। ਛਾਨਣੀ ਦਾ ਸੁਭਾਅ ਹੈ ਉਹ ਜਿਹੜਾ ਤੱਤ ਹੈ ਉਹਨੂੰ ਥੱਲੇ ਸੱਟ ਦੇਗੀ ਤੇ ਬਾਕੀ ਬੁਰਾਦੇ ਨੂੰ ਆਪਣੇ ਕੋਲ ਇਕੱਠਿਆਂ ਕਰ ਦਈਏ। ਪਰ ਕਦੀ ਛੱਜ ਵੱਲ ਝਾਤੀ ਮਾਰ ਕੇ ਦੇਖਿਓ, ਉਹ ਮਿੱਟੀ ਤੇ ਰੋੜ ਬਾਹਰ ਸੱਟ ਦਿੰਦਾ ਤੇ ਦਾਣੇ ਆਪਣੇ ਵੱਲ ਪਿੱਛੇ ਖਿੱਚ ਲੈਂਦਾ। ਸਤ ਸੰਗਤ ਵਿੱਚ ਆਉਣਾ, ਇੱਕ ਤਾਂ ਗੁਣਾਂ ਦੀ ਸਾਂਝ, ਦੂਸਰੀ ਬੇਨਤੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਸਮਝਾਇਆ ਕਿ ਸਤ ਸੰਗਤ ਕਿਵੇਂ ਕਰੀਏ। ਆ ਜਦੋਂ ਕੀੜਿਆਂ ਦੀ ਗੱਲ ਚੱਲੀ, ਕਿਉਂਕਿ ਹਰ ਬੰਦੇ ਦਾ ਆਪੋ ਆਪਣਾ ਸੋਚਣ ਦਾ ਢੰਗ ਹੈ, ਤਰੀਕਾ ਹੈ। ਤੁਸੀਂ ਸੰਗਤ ਵਿੱਚ ਬੈਠੇ ਹੋ, ਅੱਜ ਸਾਇੰਸ ਨੇ ਬਹੁਤ ਤਰੱਕੀ ਕੀਤੀ, ਪਰ ਇਸ ਗੱਲ ਨੂੰ ਭੁੱਲਿਓ ਨਾ, ਜਿੰਨੀ ਅੰਦਰ ਦੀ ਤਰੱਕੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਦੱਸੀ ਗਈ, ਬੰਦਾ ਕਰੋੜਾਂ ਜਨਮ ਲਾ ਕੇ ਵੀ ਬਾਹਰ ਦੀ ਤਰੱਕੀ ਉਤਨੀ ਨਹੀਂ ਕਰ ਸਕਦਾ ਜਿਤਨੀ ਅੰਦਰ ਦੀ ਹੈ। ਅਸੀਂ ਗਾਥਾ ਬਾਣੀ ਪੜ੍ਹਨੇ ਆ, ਅੱਜ ਕਈ ਵਾਰੀ ਜਦੋਂ ਵਿਆਖਿਆ ਕਰਨੇ ਆ, ਸਾਡੀਆਂ ਜਿਹੜੀਆਂ ਰੂਹਾਨੀਅਤ ਦੀਆਂ ਗੱਲਾਂ ਨੇ ਅਸੀਂ ਕਹਿੰਦੇ ਹਾਂ ਛੱਡੋ, ਦੁਨੀਆ ਚੰਦ ਤੇ ਚੜ ਗਈ, ਬਾਬਾ ਅੱਜ ਰਾਤ ਸੰਗਤ ਦੀਆਂ ਗੱਲਾਂ ਕਰੀ ਗਿਆ। ਗੁਰੂ ਅਰਜੁਨ ਸਾਹਿਬ ਕਹਿੰਦੇ ਨੇ ਚੰਦ ਤੇ ਤਾਂ ਅੱਜ ਪਹੁੰਚਿਆ, ਜੇ ਰੱਬ ਇੰਨੀ ਸ਼ਕਤੀ ਤੈਨੂੰ ਦੇ ਦੇ, ਤੂੰ ਅੱਖ ਝਮਕਣ ਵਿੱਚ ਕਰੋੜਾਂ ਅਸਮਾਨ ਉੱਟਾਂ ਉੱਪਰ ਚਲਾ ਜਾਏ, ਬਾਹਰ ਦੀ ਤਰੱਕੀ ਵਿੱਚੋਂ ਮੈਟਰ ਪਦਾਰਥ ਬਹੁਤ ਕੁਝ ਲੱਭੇਗਾ, ਪਰ ਅੰਦਰ ਦੀ ਸ਼ਾਂਤੀ ਸੰਗਤ ਤੋਂ ਬਿਨਾਂ ਕਿਤੇ ਵੀ ਨਸੀਬ ਨਹੀਂ ਹੋਣੀ। ਸਤ ਸੰਗਤ ਤੋਂ ਬਿਨਾਂ ਨਹੀਂ। ਬਾਣੀ ਦੇ ਬਚਨ ਨੇ ਪਰਮਾਣੂ ਪਰਜੰਤ ਆਕਾਸ਼ ਹੈ ਗਾਥਾ, ਛੋਟਾ ਜਿਹਾ ਪਰਮਾਣੂ ਤੂੰ ਬਣ ਜਾ, ਗੁਰੂ ਗ੍ਰੰਥ ਸਾਹਿਬ ਕਹਿ ਰਹੇ ਨੇ ਪਰਮਾਣੂ ਪਰਜੰਤ ਆਕਾਸ਼ ਹੈ, ਦੀਪ ਲੋਸ਼ ਹੈ ਖੰਡਣੇ, ਗਾਛੇਨ ਨੈਣ ਭਾਰੇਣ ਨਾਨਕ ਬਿਨਾ ਸਾਧੂ ਨਾ ਸਿੱਧਿਅਤੇ, ਮਹਿਮਾ ਸਾਧੂ ਸੰਗ ਕੀ ਬਿਨਾ ਸਾਧੂ ਨਾ ਸਿੱਧਿਅਤੇ। ਸੰਗਤ ਤੋਂ ਬਿਨਾਂ ਅੰਦਰ ਦੀ ਤਰੱਕੀ ਨਹੀਂ। ਹੁਣ ਸੰਗਤ ਆਪਾਂ ਕਰੀਏ ਕਿਵੇਂ? ਸਤ ਸੰਗਤ ਦਾ ਅਰਥ ਮੈਂ ਬੇਨਤੀ ਕੀਤੀ, ਜਿੱਥੇ ਨਾਮ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਦੋ ਉੱਡਣ ਵਾਲੇ ਕੀੜਿਆਂ ਦਾ ਜ਼ਿਕਰ ਆਇਆ, ਸਤ ਸੰਗਤ ਨਾਲ ਸੰਬੰਧਿਤ ਸ਼ਬਦ ਨੇ। ਤੁਹਾਡੇ ਸਾਹਮਣੇ ਆ ਕਈ ਕੀੜੇ ਉੱਡਦੇ ਪਏ ਨੇ। ਗੁਰੂ ਗ੍ਰੰਥ ਸਾਹਿਬ ਨੇ ਕਿਹਾ ਦੋ ਤਰ੍ਹਾਂ ਦੀਆਂ ਮੱਖੀਆਂ, ਭਾਵੇਂ ਅਨੇਕਾਂ ਤਰ੍ਹਾਂ ਦੀਆਂ ਮੱਖੀਆਂ ਨੇ, ਪਰ ਦੋ ਤਰ੍ਹਾਂ ਦੀਆਂ ਮੱਖੀਆਂ ਨੂੰ ਅਨਪੜ੍ਹ ਤੋਂ ਅਨਪੜ੍ਹ ਬੰਦਾ ਵੀ ਜਾਣਦਾ ਹੈ, ਉਹਨਾਂ ਦੀ ਕਿਰਿਆ ਵੀ ਅਸੀਂ ਸਾਰੇ ਜਾਣਦੇ ਹਾਂ। ਇੱਕ ਮੱਖੀ ਨੂੰ ਆਪਾਂ ਕਹਿੰਦੇ ਹਾਂ ਘਰੇਲੂ ਮੱਖੀ, ਦਰਅਸਲ ਉਹ ਸ਼ਬਦ ਅਸੀਂ ਘਰੇਲੂ ਵਰਤਨੇ ਆ, ਪਰ ਬਦਕਿਸਮਤੀ ਉਹਦੀ ਘਰ ਉਹਦਾ ਕੋਈ ਵੀ ਨਹੀਂ ਬਣਦਾ। ਦੂਸਰੀ ਮੱਖੀ ਨੂੰ ਅਸੀਂ ਕਹਿੰਦੇ ਹਾਂ ਸ਼ਹਿਦ ਦੀ ਮੱਖੀ, ਹਾਂ ਉਹਦਾ ਟਿਕਾਣਾ ਜ਼ਰੂਰ ਹੈ, ਤੇ ਜਿਹਨੂੰ ਘਰੇਲੂ ਮੱਖੀ ਆਪਾਂ ਕਹਿੰਦੇ ਆ ਸੱਚ ਜਾਣਿਓ ਉਹਦਾ ਕੋਈ ਟਿਕਾਣਾ ਨਹੀਂ ਜੇ। ਸਤ ਸੰਗਤ ਕਿਵੇਂ ਕਰੀਏ, ਕਿਵੇਂ ਆਪਾਂ ਗੁਰੂ ਕੋਲ ਆਈਏ? ਹਜ਼ੂਰ ਨੇ ਬਾਣੀ 'ਚ ਕਿਹਾ, ਕਹਿਣ ਲੱਗੇ ਇੱਕ ਹੈ ਜਿਹਨੂੰ ਆਪਾਂ ਕਹਿੰਦੇ ਆ ਘਰੇਲੂ ਮੱਖੀ, ਆਪਨੇ ਕਦੀ ਉਹਦਾ ਟਿਕਾਣਾ ਇੱਕ ਦੇਖਿਆ? ਜੇ ਗੁਰੂ ਕੋਲ ਆਉਣੇ ਤੇ ਸ਼ਹਿਦ ਦੀ ਮੱਖੀ ਬਣ ਕੇ ਆਈ। ਇਹ ਨਾ ਹੋਵੇ ਜਿਹਨੂੰ ਘਰੇਲੂ ਮੱਖੀ ਕਹਿੰਦੇ ਨੇ ਉਹਦਾ ਘਰ ਕਦੀ ਵੀ ਕੋਈ ਨਹੀਂ ਬਣਿਆ। ਸ਼ਹਿਦ ਦੀ ਮੱਖੀ ਘਰ ਬਣਾ ਕੇ ਮਿਠਾਸ ਪੈਦਾ ਕਰ ਜਾਂਦੀ ਹੈ। ਘਰ ਵਿੱਚ ਬੈਠਿਆਂ ਮੱਖੀ ਨੂੰ ਦੇਖੋ, ਉਹ ਮਕਾਨ ਦੀ ਛੱਤ ਉੱਪਰ ਕਦੀ ਬੈਠੀ ਹੋਵੇਗੀ। ਅੱਜ ਤੁਹਾਡੇ ਮਕਾਨ ਦੀ ਛੱਤ ਤੇ ਹੈ, ਕੱਲ ਨੂੰ ਗਵਾਂਢੀ ਦੇ ਬਰਤਨਾਂ ਤੇ ਬੈਠੀ ਹੋਵੇਗੀ, ਤੀਸਰੇ ਦਿਨ ਪੱਕੀ ਹੋਏ ਭੋਜਨ ਤੇ ਬੈਠੀ ਹੋਵੇਗੀ, ਚੌਥੇ ਦਿਨ ਤੁਸੀਂ ਝਾਤੀ ਮਾਰੋਗੇ ਤੇ ਕੂੜੇ ਦੇ ਢੇਰ ਤੇ ਬੈਠੀ ਹੋਵੇਗੀ। ਕਾਦੀ ਘਰੇਲੂ ਮੱਖੀ ਜਿਹਦਾ ਟਿਕਾਣਾ ਹੀ ਕੋਈ ਨਹੀਂ, ਭਾਂਡਿਆਂ ਤੇ ਵੀ ਤੁਰਦੀ ਫਿਰਦੀ ਹੈ ਤੇ ਕੂੜੇ ਦੇ ਢੇਰ ਤੇ ਵੀ ਜਾ ਟਿਕੀ ਹੈ। ਮੇਰੇ ਗੁਰੂ ਨੇ ਕਿਹਾ ਇੱਕ ਲੋਕ ਐਸਾ ਜੀਵਨ ਜੀਂਦੇ ਨੇ ਜਿਨ੍ਹਾਂ ਦਾ ਜੀਵਨ ਇਸ ਮੱਖੀ ਦੀ ਤਰ੍ਹਾਂ ਹੈ, ਉਹਨਾਂ ਦਾ ਕੋਈ ਟਿਕਾਣਾ ਨਹੀਂ ਜੇ। ਕਦੀ ਕਿਤੇ ਭਟਕਦੇ ਨੇ, ਕਦੀ ਕਿਤੇ ਭਟਕਦੇ ਨੇ,
पर हैरानगी की गल कि ਜਿਹੜੀ घरेलू मक्खी कहने आ सुगंधी ਉਹਦੇ ਕੋਲ आ जाए तो सुगंधी तो दूर दौड़दी ਏ, कूड़े का ढेर मिल जाए तो बैठदी ਏ। शहद की मक्खी अपने छत्ते तो उड़े तो भावें वो 10 माइल्स दूर चली जाए, 10 मील दूर गई कोई भी कदी कूड़े के ढेर ते नहीं बैठेगी। शहद की मक्खी अपने छत्ते तो दूर गई कोई भी केवल फुल्लां की मकरंद चूसदी रहिंदी है। जे सत संगत करनी है ना, चेते रखो, शहद की मक्खी वाला जीवन बनाइए। अपने घर तो तुरें, जिथे भी तू जाए शहद की मक्खी की तरह तू मिठास इकट्ठी करन दा यतन कर। किते ये ना हो जाए घरेलू मक्खी की तरह तू कूड़े की ढेर जो गई अंदर मना बना के बैठ जाए। तो बाबे ने बाणी च दोनों प्रमाण दिते। पहला शब्द सी कि कबीर पापी भगत ना भावई, भगती नहीं चंगी लगती ओनू, हर पूजा ना सुहाए, माखी चंदन पर खरै जह बिगंद तै जाए। रविदास जी नू पुछो, उन्होंने सत संगत की, भगत रविदास जी महाराज पुरुष ने सत संगत की उपमा दसी। कहन लगे इन्नी निमरता दे शब्द, सत संगत करके शुक्र किया। कहन लगे हे प्रभु, तुसी ओ चंदन की तरह, असी हाँ अरिंड की तरह। हे प्रभु कि तुसी हो चिट्टे ते पीले रेशम की तरह, असी खां रेशम दे कीड़े की तरह। हे मालका, एक किरपा कर मेरे ते, तू अरिंड नू चंदन सुगंधी देंदा है, रुख तब्दील हो जाते ने चंदन की महक नाल। मेरा जीवन तां अरिंड वर्गा माड़ा है, अपने नाम ते संगत की किरपा कर, मेरे अंदर भी नाम की सुगंधी आ जाए। जिहड़ी गल उन्हां कही, कहन लगे सत संगत कर ली, मैनू शहद की मक्खी वाला गुण दे, मैं किते भी जावां, मैं उत्थे बैठा केवल तेरे गुणां नू संचित करां। शहद की मक्खी बाहरों आए नू डंग जरूर मारन का यतन करेगी, पर इतफाक इतने हज़ारां मक्खियां एक छत्ते ते बैठियां रहन, कदी एक दूजे नू डंग नहीं मारदियां, मिठास इकट्ठी पियां करदियां। रविदास भगत जी का बचन है कि तुम चंदन हम इरंड बापरे, संग तुम्हारे बासा, नीच रूख ते ऊंच भैंक है गंध सुगंध निवासा। माधो सत संगत शरण तुम्हारी, खम अवगण तुम उपकारी, तुम मखतूल सफेद सपियल खम बपरे जस कीरा। सत संगत इस तरह कर कि सत संगत मिल रही है माधो जैसे मदप मखीरा, जिमें शहद की मक्खी रहिंदी है। फिर देखो संगत विच तुसी बैठे हो, मैं तकदा पिया सां कि निक्के निक्के बच्चे उठ के आ बीबियां वाले पासे आप उठ के पखे पे चलते ने। कौन सी जिन्हें कह दिता तुसी जाके पखे चलो, कौन सी जिन्हें कह दिता तुसी एक दूजे की सेवा करो। प्यारिओ याद रखियो कि हर बंदे दे अंदर परमात्मा ने वो कुछ टिकाया जो कुछ असी बाहरों देखने। तुसी मोबाइल फोन वरतदे हो, मैं सीधी जी उदाहरण लवां ते जेड़ा मोबाइल आपां वरतने आ, ये बंदे दे अंदर दी खोज है। जो कुछ भी बाहर खोजिया दिसदे हो, ये बंदे ने बाहरों देख के अपने अंदर दा मंथन करके खोजिया। सिर्फ एक उदाहरण है, सत संगत किवें करिए। मोबाइल फोन आपां पकड़ने आ ते कई वारी ओदा ब्लूटूथ खुला रह जाता है। कदी तुसी देखियो ब्लूटूथ खुला होवे मोबाइल दा, ते जिस राह तो लंघोगे मोबाइल ने यह नहीं पूछना कि जिस मोबाइल नू कोई होर पिया वरतदा है ओदी जात की, ओदी शब्दावली की, ओदा घराना की। जे एक मोबाइल दा ब्लूटूथ खुला है तो नज़दीक महल्ले विच किसे मोबाइल दा ब्लूटूथ खुला है, ओदे मैसेज अपने आप ही कन्वे हो जाते हैं, अपने आप मैसेज अंदर आ जाते हैं। कदी देखियो ये बंदे दी खोज है। ओ इंसान तू सत संगत विच आ ते इत्थे कईयां नू गुरबाणी दा कीर्तन सुनदियां अंदर चरनाहट भी छिड़ी होवेगी, क्योंकि जिस बंदे दी इकाग्रता नाल खिरदे दा ब्लूटूथ खुल गया है, गुरु तां हर वेले खिरदा खोल के रखदा है, अंदर खोल के देखी इस अंदर दे विच कीर्तन दे मैसेज भी आउण लग पैंदे ने, इहदे विच नाम दे संदेश आउंदे ने। पर जेकर इंसान इस नू वरतना शुरू करे इकाग्रता नाल, सत संगत
एक घड़ी भी करिए वो भी पार उतारा कर जाती है। कई बारी आप बड़ी बारी शब्द सुनने कि कबीर एक घड़ी आदि घड़ी आदि खूंते आद भगतन छेती गोश्ते जो कीने सो लाभ। अद्धी तो अद्धी घड़ी भी भगतां नाल सत संगत विच बैठ। हुण आप जी कहोगे अद्धी तो अद्धी घड़ी किवें तब्दीली हो सकती कि जिस बंदे ने इन्ने जन्मां दे पाप ते इन्नी मैल चुकी होवे ओदा अद्धी तो अद्धी घड़ी भगतन सेती गोश्ते पार उतारा हो सकदा है। श्रीमान भाई साहब भाई गुरदास जी ने अपनी रचना दे विच 3 उदाहरणां दित्तियां ने समझाण लूं ते शब्दावली ते उदाहरणां ने साडे आम पिंडां विच वरतन वालियां। मैं बेनती करां अज तुसीं ओ भी आए बैठे हो जेड़े 8-8 घंटे भी बैठदे हो। अज वो भी आए हो जेड़े सवेरे शाम हो सकता है सत संगत करते होण ते वो भी आए होने ने जेड़े अज ही आए ने जां फिर किते समागम होवे जाणगे रोज़ाना नहीं जाते। असीं कहने वक्त नहीं 24 घंटे का समा है दिन ते रात का। वो प्यारिओ 23 घंटे 45 मिनट भावें अपने दुनिया के रजेवें विच वरत पर घट्टो घट 15 मिनट ही किते अंदर दी संगत में जुड़ जाई। 15 मिनट दी संगत भी तेरा पार उतारा कर सकती है। ये किवें 3 प्रमाण ने। असी दरियावां तो जदों आर पार हुन्ने आ ते कई बारी कश्ती ते बेड़ी ते बैठने आ। भाई गुरदास कहंदे ने जे बेड़ी नूं पानी तो बाहर कढ़ के देखो ते ओदा आकार काफ़ी लंबेरा सानू महसूस होवेगा डूंगा, पर जदों उस बेड़ी दे उपर इंसान बैठ जाए, पशु चढ़ा दिते जान, वख-वख लोग बैठ जान, वो बेड़ी अद्धों ज़्यादा 3 हिस्से पानी दे विच डुब जाती है। बेड़ी सिर्फ 4 उंगलां बेड़ी जिहड़ी है पानी दे उत्ते उत्ते चलदी है। फिर समझियो बाकी सारा हिस्सा बेड़ी दा पानी च डुब्बा है। 3-4 उंगलां ओदा किनारा पानी तो उत्ते उत्ते चलदा है। जे 3 हिस्सा बेड़ी पानी विच डुब्बी होई 4 उंगलां किनारे नूं बचा जाए तो वह दूजे किनारे लग जाती है। इंसान तू 23 घंटियां विचों किते 15-20 मिनट ही कढ़ लै, हो सकता है ये तेरी जिंदगी नूं किसे किनारे ते ला दे। सारी बेड़ी पानी विच है पर 3 उंगलां बाहर कंडा वो दूसरे किनारे ते लग गया। दूसरी भाई साहब ने उदाहरण दी। कुछ सज्जन ऐसे ने कि जेड़े 8 पैरां विच एक बारी प्रशादा पानी छकदे ने। किन्नी कु देर लगदी उन्हां नूं प्रशादा छकदिआं, क्योंकि अज भाई साहब कह के गए कुछ छड्ड के जाओ ते कुछ लै के जाओ। छड्डना की है? छड्डिए अपने अंदर दियां भैड़ियां आदतां ते लै के जाइए गुरु कोलों रूहानियत दा खजाना। 8 पैरां विच 5-10 मिनट विच रोटी खा लैंदा एक सज्जन, 12-15 मिनटां विच वो रसोई विच बैठ के प्रशादा छकदा है, पर बाकी समा वो रसोई विच किचन विच कदी नहीं आया। 15 मिनट जे रसोई विच बैठ के इकाग्रता नाल कोई रोटी खा लै ते 23-24 घंटे ओदी खुराक ओदे शरीर नूं चलाई जांदी है। ते जे बंदिया तू 24 घंटियां विचों 15 मिनट ही किते गुरु गुरु जप लै ते तेरे 24 घंटे सफल हो जाणगे। किन्ना कुछ समा लगदा रोटी खांदियां, 12 मिनट प्रशादा छकदियां ते 24 घंटे शरीर चलदा है। भाई साहब ने तीजा प्रमाण दिता है। कहन लगे बादशाह दा दरबार सजिया है, अपने तख्त ते बैठा है सिंघासन ते बादशाह। कोई लोड़वंद बंदा बाहरों आया है, उन्हें आके पुकार कीती है कि मेरी बादशाह तक फरियाद पुकार पहुँचाई जाए। उन्होंने लैके बादशाह को लाए। उन्हें बादशाह नूं देखदिया सार दोनों हथ जोड़ के अखां विच पानी भर के बादशाह दे चरनां विच अपना सिर सट के कहा कि प्रजा पालक मेरे बच्चियां दी रोटी नहीं चलदी। पता नहीं ओदे झुकण विच ते बोलण विच किन्ना कु दर्द सी। बादशाह ने कहा जेड़ा मेरे सामने अज झुकिया है इस भिखारी दे नाम ते जगीर ला दे। किन्नी कु देर लगी भिखारी नूं झुकदियां, किन्नी कु देर लगी उन्होंने शब्द कहंदियां। एक घड़ी किते भिखारी दयालु बादशाह सामने झुक जाए ते उन्होंने जगीरां मिल जांदियां ने। वो मना किते 24 घंटियां विचों ओ खिन पैदा कर
जिदन पूर्ण तौर ते रब दे चरनां च डिग पवें, उस घड़ी दा सत संगत तेनू रूहानियत दा तखत दे देवेगा। झुक तां सही। भाई साहब दे शब्द ने, कहन लगे जैसे बोझ भरी नाव अंगरी दवै बाहर खोवै। ब्रिज भाषा दे कुछ शब्द ने, जैसे बोझ भरी नाव अंगरी दवै बाहर खवै, पार परै पूर सबै कुशल बिहात हैं। जैसे एकाहारी एक घरी, पाकशाला बैठ भोजन कै बिंजनाद स्वाद कै आघात है। जैसे राज द्वार जाए करत जुहार जन, एक घरी पाछै देश भुगता होवै खात है। अगली तुक सांभ के ले जाओ 8 ही पैर और 60 घड़ी में जो एक घड़ी साध समागम करे। हद होगी 60 घड़ियां विचों एक घड़ी नहीं तेरा अंदर टिक सकता। 8 ही पैर 60 घड़ी में जो एक घड़ी साध समागम करे। निज घर जात है, वो अपने निज घर परमात्मा दे घर भी चला जाता है। ए वे महिमा साधु संग की सुनो मेरे मीता। एक घड़ी दा एक मैं तुहानू उदाहरण अज देनी है इतिहास विचों। ते मालवे दी धरती दा वो बजुर्ग जिस दा संबंध इस परिवार दे नाल भी है। एक दिन बीबी जी ने दसिया सी, मैं सिर्फ एक उदाहरण देनी चाहना, किते कमाई वाला करनी वाला ते जिथे गुरु गुरु जपिया जाता है, हिरदे दा ब्लूटूथ खोल के आई, हो सकता है रब दा मिलिया मैसेज तेरे सारी जिंदगी नू पलट के रख देवे। भाई भगतू दा नाम, मालवे दी धरती इस गल तो जाणू है। गुरु रामदास दे दर तो असीसां लियां बाबा आदम जी ने, ते गुरु रामदास ने त्रुट के शब्द कहे सन कि जिस दिन पुत्र दी दात वडेरी उम्र विच पुत्र दी दात मिली बाबे आदम नू, कहन लगे बस एक काम करियो, शब्द उस दिन कहे पुत्र पैदा होवेगा, नाम उसदा भगतू रखियो। क्यों? कहन लगे भगतू इस करके भगती दा वो मुजस्मा होवेगा, सिर तो पैरां तक वो भगती च भिजा होवेगा। ये साडा इतिहास है। भाई भगतू ने गुरु रामदास दी कृपा नाल गुरु अर्जुन देव जी दे वेले अमृतसर दी कार सेवा विच अपने खत्ती सेवा की। गुरु हरगोबिंद साहब सच्चे पातशाह जी दे वेले सेवा की। मैं सिर्फ संखेप जी बेनती करा, गुरु हर राय साहब दे वेले मेरे धन गुरु हर राय साहब ने सेवा ही ये सौंपी सी कि भाई भगतू गुरु के खेतां दे विच फसलां दी रखवाली भी तुसी करनी है ते कामियां दी निगरानी भी तुसी करनी है। सिर्फ एक उदाहरण है, इतिहास नहीं। ये असल विच अंदर दी रूहां दे बोल ने, देहां दा इतिहास नहीं। भाई भगतू वडेरे हो गए 7वें पातशाह वेले, ते ये कीरतपुर साहिब दी धरती ते कामियां तो खेतां विच काम पै करांदे सन। जदों खेत पक्या, कामे अज खेत वड्डण नूं आए, ते भाई भगतू जी अपने हत्थां च उन्हां कामियां लई प्रशादा लैके गए, हत्थी सेवा करनी। ते उत्थे कामियां नूं जदों रोटी दित्ती, एक ने क्या कहन लगा, बाबा भगतू जी देखो अज तां सवेर दे लग्गियां खेत पक्की फसल पै वड्ढने आ, तुसी प्रशादा लिआंदा सुक्की रोटी, जे किते अज घ्यो हुंदा ते दम मार के असी होर भी झुट्टी ला के खेत वढ़ देना सी। इन्ने शब्द कहे ते इन्नी देर नूं एक फेरी पाण वाला उथों लंघिया। याद रखियो, इनू सट ना पायो। अपने अंदर नूं जे ग्राहक बना के तुरांगे ते दुनिया दे किसे कोने विच भी तुरदियां ते किते भी गुरु ग्रंथ साहिब दी खजूरी विच बैठिया कोई करनी वाला मिल गया ते जिंदगी पलटी जाएगी। गुरु मेहर करदे ने। इन्नी देर नूं फेरी लाण वाला आया, उहदे कोल लूण मिर्च सी, गुड़ सी, ते एक हाथ विच उहने घ्यो दी कुप्पी पकड़ी, कुप्पा पकड़िया। बाबे भगतू ने आवाज़ दिती, गुर प्रताप सूरज ते तवारी गुरु खालसा विच एक घटना है। कहन लगे हो फेरी लाण वालिया मेरी बात सुनदा जाई, ताकि वो सिख दी जिंदगी अपनी होवे ते लंघदियां दे जीवन पलट जाणगे। याद रखियो, जे अपना जीवन नहीं ते कली गले दे शब्द ते लच्छेदार शब्दावली किसे नूं चेंज नहीं कर सकेगी। इनू आपां मन्नीए,
क्योंकि इसे करके गुरु ने कहा सी कि पहला अपने मन नूं सुना ते बाद विच दुनिया नूं सुनाउण वास्ते तुरी। माघ दे महीने विच ये शब्द सन कि माघ मज्जन संग साधुआं धूड़ी कर इशनान। भाई भगतू ने आवाज़ दिती, ओ फेरी लाण वालिया। वो कोल आ गया, कहंदा तेरे कोल घ्यो है? कहन लगे खां। कहंदा आ ने गुरु दे खेत। तकियो शब्द, मैं आ गुरु नानक साहब दे घर दा सेवक, इन्हां कामियां नूं लोड़ है घ्यो दी। मेरे कोल अज इस वक्त पैसे नहीं, इन्हां कामियां नूं जिन्ना घ्यो मंगदे ने मेरे शब्द ते भरोसा करके दे दें, कल नूं मैं तेनूं माया जरूर वापस दे दियांगा। इन्ना कु समा लग्या दोनों की गलबात करदियां। उस फेरी लाण वाले ने कुप्पे विचों घ्यो कढ़िया ते कामियां दी रोटी ते घ्यो पा दिता, नाल उन्हें शक्कर पा दिती ते नाल जदों फेरी लाण वाला तुरन लगा ते भाई भगतू ने सिर्फ ओडे मोढे ते हथ रख के कहा, ओ तेरे कुप्पे दा घ्यो अज गुरु की सेवा करन वालियां नूं मिलिया है। मेरा गुरु नानक मेहर करे तेरे कुप्पे ऊणे कदी भी ना होण। ये शब्द कहे, तेरे कुप्पे ऊणे कदी ना होण। वो फेरी लाण वाला उत्थों ही फेरी छड्ड के घर चला गया। अज सीने विच एक तीर वज गया। उन्हें हथ नाल स्पर्श की कीता, उन्हें शब्दां विचों जबान चों बोल की कहे। कमाई वाले दे बोल तां इस तरह ने जिवें अग दियां चंगियारियां, ते सच जाणिओ अंदरों भिजे होए दे बोल इस तरह हुंदे ने जिवें अणियाले तीर। अणियाले तीर, अणियां वाला तीर किसे नूं वज जाए वो नाड़ां तां खिच के बाहर लै आउंदा, पर आप छेती कित्या बाहर नहीं आउंदा। अमोघ बाण सी, घर गया, रात आराम कीता, पर फेरी लाण वाले दे कन्नां च आवाज़ गूंजे, गुरु क्या सिखां दी सेवा करन वालिया, तेरे कुप्पे कदी ऊणे नहीं रहणगे। सवेरे च मन च आया कि फेरी लाण तुरना, घट्टो घट कुप्पे नूं जोख तां लवां कि किन्ना कु घ्यो मैं कढ के दिता है। जदों कुप्पे नूं जोखण लगा, हुण परमात्मा दी खेड ये वापरी, जदों कुप्पे नूं जोखे ते प्यारिओ वो कुप्पे दा घ्यो पूरे दा पूरा निकलिया। हुण इत्थे आके कईयां दे अंदर भजने ने भी आह किहड़ी गल कर दित्ती। कईयां ने कहना करामात। एक गल याद रखियो, रूहानीयत नूं बुद्धि दे तल ते कदी ना लैके जाओ। बुद्धि दे तल ते निकले हुए शब्द तर्क पैदा करते हैं ते शरधा ते आत्मा दे तल तो निकले हुए बोल परमात्मा की दरगाह विच कबूल करा देंदे। बाबे नानक दा एक शब्द है, सियाणे भाई साहब बैठे ने बाणी दे वक्ते ने, वो अनहोनी बात की बाबे ने शब्दां च। अज तक तुसी देखदे हो, कदी मझ नूं मांस खांदियां देखिया, कदी बकरी नूं किसे खड्डियां चबदियां देखिया, कदी किसे ने शेर नूं, जंगल विच रहण वाले शेर नूं तूड़ी खांदियां देखिया, कदी किसे ने बाज नूं आ बाहर दा दाना केवल चुणदियां देखिया, जिहड़ा कैदी ना होवे। क्योंकि जिहड़ा गुलाम हो जाए ओदी खुराक की गल नहीं करता, क्योंकि गुलाम की बोली भी तब्दील हो जाती है ते गुलाम का खाना भी तब्दील हो जाता है। आज़ाद रहने वाला शेर कदी घाह नहीं खाएगा, बकरी जां मझ कदी मांस नहीं खाएगी, ते जे खा लिया आपां कहांगे अनहोनी। गुरु ग्रंथ साहिब विच बाबे नानक ने क्या यकीन कर, जे परमात्मा अपनी आई ते आवे ते शेर नूं घाह खाना मजबूर कर सकदा है ते बकरी नूं मांस खाण ते मजबूर कर सकदा है। होर यकीन करी कि जिन्ना थावां ते मारू थल दे भट्ट तपदे ने, परमात्मा चाहे ते पानी दियां झीलां पैदा कर दे। जिथे समुंदर असगाह ने वो चाहे तां उच्चे पहाड़ पैदा कर दे। इत्थे बादशाही करन वालियां नूं रुला सकदा है ते दर दर ते कीड़े की तरह रुलण वाले नूं पातशाहियां दे सकदा है। बाबा जी का बचन है कि शीयां बाजां चरगां कुइयां इन्हां खवाले कां, ये सारे वैसे मांस खाण वाले ने। शीयां बाजां चरगां कुइयां इन्हां खवाले कां, कां खाण ते ना मांस खवाले ए चलाए राह। नदियां विच टिब्बे दखाले थली करें असगा, कीड़ा थाप दे पातशाही लश्कर करे सवा। अगलियां तुकां ने जेते जी जीवै लै सा,
ਜਿੰਨੇ ਜੀਵ ਜਿਉਂਦੇ ਨੇ, ਸਾਹ ਲੈ ਕੇ ਜਿਉਂਦੇ ਨੇ, ਕਹਿਣ ਲੱਗੇ ਮੈਡੀਕਲ ਸਰੀਰਕ ਵਿਗਿਆਨ ਵਾਲਿਆ, ਇਹ ਤੇਰੀ ਥਿਊਰੀ ਹੋ ਸਕਦੀ ਹੈ ਕਿ ਸਵਾਸਾਂ ਤੋਂ ਬਿਨਾ ਬੰਦਾ ਨਹੀਂ ਜੀ ਸਕਦਾ। ਰੱਬ ਨਾਲ ਮੁਕਾਬਲਾ ਨਾ ਕਰੀ, ਜੇ ਉਹ ਚਾਹੇ ਤਾਂ ਸਾਹਾਂ ਤੋਂ ਬਿਨਾ ਵੀ ਰੱਖ ਸਕਦਾ ਹੈ। ਜੇਤੇ ਜੀ ਜੀਵੇ ਲੈ ਸਾਹ, ਜਿਵਾਲੇ ਤਾਂ ਕੇ ਅਸਾਂ। ਉਹਨੇ ਦੇਖਿਆ ਕੁੱਪਾ ਭਰਿਆ, ਪਿਆਰਿਓ, ਫਿਰ ਉਹਨੇ ਕੁੱਪਾ ਨਹੀਂ ਪਕੜਿਆ, ਉਹਨੇ ਫੇਰੀ ਵਾਲਾ ਮਿਰਚ ਗੁੜ ਨਹੀਂ ਪਕੜਿਆ, ਲੂਣ ਨਹੀਂ ਪਕੜਿਆ, ਬਸ ਨੰਗੇ ਪੈਰੀ ਦੌੜ ਗਿਆ। ਜਿੱਥੇ ਭਾਈ ਭਗਤੂ ਖੇਤਾਂ ਵਿੱਚ ਖਲੋਤਾ, ਨਾਮ ਵਿੱਚ ਰਤਿਆ ਹੋਇਆ, ਜਿਹਦੇ ਅੰਦਰ ਬਾਹਰ ਗੁਰੂ ਸਮਾਇਆ, ਜਾ ਕੇ ਚਰਨਾਂ 'ਚ ਡਿੱਗ ਕੇ ਕਹਿੰਦਾ, ਉਹ ਫਕੀਰ ਬਾਬਾ, ਉਹ ਸੰਤ ਮਹਾਂਪੁਰਖਾ, ਤੇਰੇ ਸ਼ਬਦ ਤਾਂ ਮੇਰੇ ਕੁੱਪੇ ਊਣੇ ਭਰ ਗਏ, ਮੇਰਾ ਤੂੰ ਗੁਰੂ ਬਣ ਜਾ, ਮੈਂ ਆਪਣਾ ਅੰਦਰ ਊਣਾ ਤੇਰੇ ਤੋਂ ਭਰਾਣ ਆਇਆ। ਅਜੇ ਤੀਕਰਾ ਮੈਂ ਬਾਹਰ ਦੀਆਂ ਫੇਰੀਆਂ ਲਾਈਆਂ, ਅੱਜ ਪਤਾ ਨਹੀਂ ਤੂੰ ਕੀ ਸ਼ਬਦ ਕਹਿ ਦਿੱਤੇ। ਰਾਤ ਮੇਰੇ ਮਨ 'ਚ ਵਾਰ-ਵਾਰ ਖਿਆਲ ਆਈ ਗਿਆ, ਉਹ ਸਾਰੀ ਜ਼ਿੰਦਗੀ ਪਿੰਡਾਂ ਦੀਆਂ ਗਲੀਆਂ 'ਚ ਫੇਰੇ ਲਾਉਣ ਵਾਲਿਆ, ਝਾਤੀ ਮਾਰ ਕੇ ਦੇਖ ਇਸ ਜਨਮ ਨੂੰ, ਇਸ ਦੇਹ ਨੂੰ ਕਿੰਨੇ ਕੁ ਹੋ ਗਏ ਨੇ ਜਨਮ ਫੇਰੇ ਪਾਉਂਦੇ। ਬਾਹਰ ਦੇ ਫੇਰੇ ਰੋਜ਼ ਪਾਉਂਦੇ ਤੇ ਲਾਭ ਲੈ ਕੇ ਆਉਂਦੇ, ਇਸ ਫੇਰੇ ਵਿੱਚੋਂ ਕੁਝ ਖੱਟ ਕੇ ਚੱਲ। ਭਾਈ ਭਗਤੂ ਚੁੱਪ ਕਰਕੇ ਖਲੋਤੇ ਰਹੇ। ਇਹਨੇ ਫਿਰ ਕਿਹਾ, ਮੈਨੂੰ ਆਪਣੇ ਕੋਲੋਂ ਉਪਦੇਸ਼ ਦੇ। ਦੇਖਿਓ, ਆ ਜੇ ਸਾਧੂ ਦੀ ਸੰਗਤ, ਇਹ ਨਹੀਂ ਕਿ ਜੇ ਕੋਈ ਸ਼ਰਧਾ ਵਾਲਾ ਆਏ ਤੇ ਉਹਨੂੰ ਦਾਣਾ ਪਾਈਏ ਗੁਰੂ ਕੀ ਬਾਣੀ ਦਾ ਤੇ ਜਾਲ ਪਾਈ ਜਾਈਏ ਆਪਣਾ। ਬੇਇਨਸਾਫੀ ਨਾ ਕਰੇ ਕੋਈ ਬੰਦਾ। ਤੇ ਜਿੰਨੀ ਰੂਹਾਨੀਅਤ ਤੇ ਨਾਂ ਤੇ ਬਲੈਕ ਹੁੰਦੀ ਏ, ਸ਼ਾਇਦ ਇੰਨਾ ਧੋਖਾ ਦੁਨੀਆਦਾਰ ਬੰਦੇ ਵੀ ਨਹੀਂ ਕਰਦੇ ਜਿੰਨੇ ਦੰਭੀ ਕਰਦੇ। ਅਸਲੀ ਨਹੀਂ। ਮੈਂ ਇੱਕ ਬੇਨਤੀ ਕਰਨੀ ਚਾਹਾਂਗਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜੇ ਭਗਤ ਰਵਿਦਾਸ ਦਾ ਸ਼ਬਦ ਹੈ ਤੇ ਕੋਈ ਧੋਖਾ ਨਹੀਂ, ਉਹ ਭਗਤ ਰਵਿਦਾਸ ਦੇ ਨਾਮ ਥੱਲੇ ਹੀ ਹੈ। ਜੇ ਕਬੀਰ ਸਾਹਿਬ ਦਾ ਸ਼ਬਦ ਹੈ, ਉਹ ਕਬੀਰ ਸਾਹਿਬ ਦੇ ਨਾਮ ਦੀ ਗਵਾਹੀ ਭਰ ਰਹੇ ਹੈ। ਜੇ ਬਾਬੇ ਫਰੀਦ ਦਾ ਸ਼ਬਦ ਹੈ, ਕੋਈ ਧੋਖਾ ਨਹੀਂ, ਉਹਦੇ ਨਾਮ ਨੂੰ ਹੀ ਰੋਸ਼ਨ ਕਰ ਰਹੇ ਹੈ। ਅੱਜ ਅਸੀਂ ਤੱਕਨੇ ਆ ਕਿ ਖਿਆਲ ਤੇ ਸ਼ਬਦ ਬਾਬੇ ਦੇ ਚੁਰਾਏ ਜਾਂਦੇ ਨੇ ਤੇ ਗੱਲਾਂ ਆਪਣੀਆਂ ਸੁਣਾਈਆਂ ਜਾਂਦੀਆਂ ਨੇ। ਬਾਬੇ ਨੇ ਬਾਣੀ 'ਚ ਧੋਖਾ ਨਹੀਂ ਕੀਤਾ। ਆ ਗੁਰਮੁਖਾਂ ਇੱਕ ਸ਼ਬਦ ਕਿਹਾ ਸੀ ਆਉਂਦਿਆਂ ਕਿ ਦਸ਼ਮੇਸ਼ ਪਿਤਾ ਦੇ ਅਰਥ ਜ਼ਰੂਰ ਕਰਿਓ। ਮੈਂ ਇੱਕ ਜ਼ਰੂਰ ਬੇਨਤੀ ਕਰਾਂ, ਦੇਖਿਓ, ਆਪਣੇ ਆਪ ਗੁਰੂ ਜਦੋਂ ਅੰਦਰੋਂ ਮਿਹਰ ਕਰਕੇ ਬੁਲਾਉਂਦਾ ਹੈ ਨਾ, ਉਦੋਂ ਗੱਲ ਕੁਝ ਹੋਰ ਹੁੰਦੀ ਏ। ਕਹਿਣ ਨਾਲ ਬੋਲਿਆਂ ਫਰਕ ਜ਼ਰੂਰ ਪੈਂਦਾ ਜੀ। ਪਰ ਮੈਂ ਸੁਣਾ ਦੇਣਾ ਵਾਂ, ਪਿਛਲੇ ਦਿਨੀ ਇੱਕ ਬੇਨਤੀ ਕੀਤੀ ਸੀ, ਅਸੀਂ ਦਸ਼ਮੇਸ਼ ਨੂੰ ਪਿਤਾ ਕਿਉਂ ਕਹਿੰਦੇ ਹਾਂ? ਕਿਉਂਕਿ ਅੱਜ ਸ਼ਬਦ ਵਰਤੇ ਜਾਂਦੇ ਨੇ ਘਰ ਘਰ ਪਿਤਾ ਜੀ। ਭਾਈ ਗੁਰਦਾਸ ਨੇ ਇੱਕ ਗੱਲ ਕਹੀ ਏ, ਓਏ ਆਪਣੇ ਬਾਪੂ ਦੀ ਗੋਦ ਨੂੰ ਛੱਡ ਕੇ ਗਵਾਂਢੀਆਂ ਦੀਆਂ ਗੋਦ 'ਚ ਟਪੂਸੀਆਂ ਨਾ ਮਾਰੀ। ਚੇਤੇ ਰੱਖੀ, ਗਵਾਂਢੀ ਪਿਆਰ ਨਾਲ ਪੁਚਕਾਰ ਕੇ ਤੇਰੇ ਬਾਪ ਦੇ ਘਰ ਨੂੰ ਸੰਨ ਲਾਣੀ ਚਾਹੁੰਦਾ ਹੈ। ਜਿੱਦਣ ਲੋੜ ਪੈ ਗਈ ਉਦਣ ਬਾਪੂ ਦੀ ਝੋਲੀ ਤੋਂ ਬਿਨਾਂ ਕਿਸੇ ਨੇ ਥਾਂ ਨਹੀਂ ਦੇਣੀ। ਭਾਈ ਸਾਹਿਬ ਦੇ ਸ਼ਬਦ ਨੇ, ਉਹ ਸ਼ਬਦ ਨੇ। ਧਿਆਨ ਦਿਆ ਜੇ ਤੁਸੀਂ ਥੋੜਾ ਜਿਹਾ ਟਿਕ ਕੇ, ਮੇਰੀ ਬੇਨਤੀ ਸਮਝਿਓ। ਇਹਨੂੰ ਕਮਾਉਣ ਵਾਲੇ ਪਾਸੇ ਅਮਲੀ ਜਾਮਾ ਪਹਿਨਾਇਓ। ਮੈਨੂੰ ਨਾ ਜਜ਼ਬਾਤ 'ਚ ਮੈਨੂੰ ਬਖਸ਼ ਦਿਆ ਜੇ। ਆਪਾਂ ਅਗਾਂ ਤੁਰਨ ਦਾ ਯਤਨ ਕਰੀਏ। ਭਾਈ ਸਾਹਿਬ ਦਾ ਬਚਨ ਹੈ, ਆਂਬ ਕੀ ਸਦਰ ਕਤ ਮਿਟਤ ਆਂਬਲੀ ਖਾਏ, ਪਿਤਾ ਕੋ ਪਿਆਰ ਨਾ ਪੜੋਸੀ ਪੈ ਪਾਈਏ। ਪੜੋਸੀ ਲੋਕਾਂ ਦੇ ਨਿਆਣਿਆਂ ਨੂੰ ਗੋਦੀ 'ਚ ਬਿਠਾਉਂਦੇ ਨੇ, ਉਹ ਇਸ ਕਰਕੇ ਕਿ ਤੇਰੇ ਬਾਪ ਦੇ ਘਰ ਨੂੰ ਸੰਨ ਲਾਉਣ ਲਈ। ਤੇ ਜਿੱਦਣ ਤੇਰੇ ਤੇ ਦੁੱਖ ਦਾ ਪਹਾੜ ਟੁੱਟਿਆ, ਉਦਣ ਪੜੋਸੀ ਨੇ ਵੀ ਤਾਲੇ ਮਾਰ ਕੇ ਕਿਤੇ ਗੁਫਾ ਵਿੱਚ ਲੁਕ ਜਾਣਾ ਹੈ। ਸੱਚ ਜਾਣੀ, ਦਸ਼ਮੇਸ਼ ਨੂੰ ਪਿਤਾ ਕਿਉਂ ਕਹਿੰਦੇ ਆ? ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਪਰਮਾਤਮਾ ਨੂੰ ਪਿਤਾ ਕਿਹਾ ਤੇ ਦੂਜਾ ਗੁਰੂ ਨੂੰ ਪਿਤਾ ਕਿਹਾ। ਉਹ ਪਿਤਾ ਐਵੇਂ ਨਹੀਂ। ਅਸੀਂ ਸ਼ਬਦ ਹੁਣੇ ਸ਼ਾਇਦ ਅੱਜ ਪੜ੍ਹ ਕੇ ਗਏ, ਭਾਈ ਸਾਹਿਬ ਕਰੇ ਕੱਲ ਪੜ੍ਹਿਆ ਕਿ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਦਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈ ਤਾਂ ਭੋ ਕੇ ਹਾਂ ਕਾੜਾ ਜੀਓ। ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀਓ ਪ੍ਰਤਪਾਲਕ, ਹਰ ਜੀ ਮੇਰੀ ਸਾਰ ਕਰੇ ਖਮ ਹਰ ਕੇ ਬਾਲਕ। परमात्मा पिता है। बाणी च शब्द आया कि सबना का माँ प्यो आप है। केवल मेरा नहीं, पूरी मानवता का जे पिता है ते पार ब्रह्म परमेश्वर। सबना का माँ प्यो आप है, आपे सार करे
बाबा जी ने बाणी च कहा, एक पिता एक सके खम बारिक, तू मेरा गुर खाई। परमात्मा पिता ते दूजा शब्द वरतिया गुरु भी मेरा पिता। असी बचन पढ़ने आ बाणी विचों। असी भाई साहब ने अज मंगल किया सज, कहन लगे कि हम जैसे अपराधी अवर कोई राखें, जैसे हम सतगुर राख लिए छड़ाए। अज जरूर बेनती करा, वो टावें टावें खोणगे आप विचों जिन्हां ने पूरा कीर्तन सुन के हिरदे दी पट्टी ते लिखिया होना है किहड़े भाई साहब ने किहड़ा शब्द सुनाया। जे बाहर जाके संगत असी यही देखते रहे, फलाना इस तरह बैठा सी, दूसरा इस तरह खलोता सी, तीजा इवें बोलदा सी। जे 4 घंटे सानू केवल यही चेता रहा तो यह पता ही ना लगा शब्द किहड़े गाए सन। खिमा करियो, फिर छाननी बन के चले गए, छज बन के कुछ भी ना खटिया। आपां गुणां दे ग्राहक बणीए। उत्थे भाई साहब ने मंगल किया, भाई हरबंस सिंह होना ने, कि हम जैसे अपराधी अवर कोई राखै, जैसे हम सतगुर राख लिए छड़ाए। तू गुर पिता तू है गुर माता, तू गुर बंदप मेरा सखा सखाए। उस तो अगे असी बाणी विच पढ़ने हैं कि गुरु माँ बाप है। उस दिन दमदमा साहब ते बठिंडे दी धरती नूं ये मान है कि चोजी वाले चोजी प्रीतम, पुत्रां दे दानी, सरबंस दानी, खालसे दी झोली विच अपनी रुखानियत ते अपना बाणा पाण वाला धन गुरु गोबिंद सिंह, उन्हां दे मुबारक चरण इस शहर विच पए। तुसी इतिहास तो जानू, पर हजूर दमदमा साहब गए। पिता दे अर्थ क्यों ने, क्यों असी दशमेश पिता कहने आ? पोशाक पा के पिता नहीं, शब्द वरत के पिता नहीं। जिस दिन दमदमा साहब दी धरती ते माता सुंदरी ते माता साहब कौर ने पूछया सी कि आनंदपुर असी इकट्ठे सा, 4 पुत्र तुहाडे नाल, साडे लाल ते एडे वड्डे इकट्ठ विच बैठ के आवाज दे के कहा सी कि 4 पुत्र लैके तुरिया सा, इस खालसे दी झोली च पा के अज 4 दी थां ते हज़ारां पुत्र बना लए। हज़ारां पुत्र ने मेरे खालसे। खालसे दा बापू तां गुरु गोबिंद सिंह बनया सी, पहला झोली विच कौम दे अपने पुत्र पाए सन, शब्द करके पिता नहीं। उत्थे तुसी पंजाबी दियां 2 सतरां पढ़दे हो कि इन पुत्रन के शीस पर वार दिए सुतचार, 4 मुवे तो क्या हुआ जीवत कई हजार। ते जफरनामा लिख दिया औरंगजेब नूं एक गल कही, कहन लगे देखो ये तां कहांगे कवियां दी रचना, जफरनामा तां गुरु गोबिंद सिंह जी दी लिखत है ना, ते मालवे दी धरती ते लिखिया। हजूर ने उत्थे एक शब्द कहा सी, कहन लगे अगे मैं 4 पुत्रां दा पिता सां, अज रहिंदी दुनिया तक मैं करोड़ां बच्चियां दा पिता हां। क्यों? कहन लगे चिया शुद्ध के चूं बचगा कुश्तै 4। चिया शुद्ध की होया, मेरे 4 पुत्र को के मार दिते, पर चेते रखी मेरे बिंदी 4 पुत्र मार दिते, मेरे नादी पुत्र अजे भी पंजाब दी धरती च बैठे ने। जदों तू लंघेगा उन्हां दे बोल तेरे कन्नां सुनाई जरूर देंगे। वो की सी शहर के चा शुद्ध के चूं बचगा कुश्तै 4, के बाकी बेमादस्त पेची दे मार, 4 तो बाद अजे बाकी हज़ारां पे ने। दशमेश नूं पिता तां कहने आ क्योंकि वो साडा बापू तां बनया पुत्र दे के। मैं जिहड़ी बेनती करनी चाहना उस प्रसंग नूं संपूर्ण करा। उस फेरी लाण वाले ने कहा भाई भगतू मेरा तू गुरु बन। उन्हें फिर मोढे तो पकड़िया, कुछ नहीं बोलिया, उथे बाहों पकड़ के गुरु खारा साहब दे चरना च लै आया। हजूर ने खस के कहा भाई भगतू ये किस नूं फड़ के ले आया? कहन लगा दाता ये फेरियां पांदा गलियां विच, मैं बस बाह पकड़ के यही दसिया भी आ फेरा तेनू मिलिया है, घट्टो घट ऐस फेरे तां कुछ कमा के चला जा। भाई भगतू ने जाके गुरु दे कोल छड्डिया, मत्था टेकदियां सार नाम सी उस फेरी लाण वाले दा भाई संगत। हजूर ने नाम रखिया फेरू। कहन लगे भाई भगतू दी एक घड़ी दी संगत ने तेरे जन्म दा फेरा कट दिता है।
ਇਹ ਸ਼ਬਦ कहने एक घड़ी की संगत तेरा जन्म दा फेरा कटिया गया है। अगे लूण मरचां गुड़ ते घ्यो कुप्पियां विच पा के फेरियां लाना जां अज तो बाद तैनूं रूहानीयत दी दात दित्ती तू फेरे पा ते लोकां नूं जाके नाम दियां दातां वंडी जाके बाणी नाल जोड़ी। मैं जिहड़ी तत बेनती करनी चाहना हाँ, एक घड़ी खेतां च खलोता सिख उन्हें कोई दरबार ते नहीं कीता, ना मेरे वांगू कथा कीती, ना वो किते सुरां सिछेड़ियां, ना उन्हें कोई लैक्चर किया। सीधा सादा सिख डांग लैके खलोता बजुर्ग बाबा मोढे तो झंझोड़ के कहंदा तेरे ऊणे भरे जाणगे। सिखां दी सेवा कर प्यारिओ, आ जे सत संगत अंदर दी कि एक शब्द किसे दा मिल जाए तो जिंदगी पलट जाए। भाई फेरू नूं एक गल कही सी कि इहदी वंश नूं कदी भुल्ली ना। ये शब्द लिखे ने सूरज प्रकाश ग्रंथ विच अत कथनी लिखी। कहन लगे फेरी लाण वालिया तेरे कोल बरकतां इहदी संगत करके मिलियां ने, पर इहदे घर नूं कदी भुल्ली ना। भाई फेरू नूं मसंद थापिया, रज के सेवा कीती उन्हें। अखीर ते आवां 10वें पातशाह दा वेला आया। भाई फेरू वेले जेड़े मसंद सन बद फैलियां करन वाले, उन्हां सारियां नूं गुरु ने तलब लिया। असीं कई वारी धर्म की दुनिया च देखने कि साडे चोले इनू निंदिया ना समझियो, साडे बाहर दे भेख साडे अंदर दी मैल नू लुका के बैठे ने। पर गुरु साडे इन्हां कपड़ियां तो थले, ऐस चमड़ी तो थले जेड़ा सक्की मां भी मन कदी नहीं पुत्र दा देख सकती, गुरु वो भी देखदा। आ हथ दी तली ते असी एक टका रखिया होवे ते सूरज दियां किरनां पैण ते खत दी तली उत्ते चमड़ी ते रखे हुए टके दिसदे ने। जे ओही टका कोई मूँह विच अपने गले तो थले उतार के पेट विच लै जाए फिर वो सूरज दियां किरनां नाल नहीं दिसदा, एक्सरे नाल तां उहदे पेट विचों भी नज़र आ जांदा इहदी किहड़ी नाड़ी विच टका टिकिया है। सूरज दियां किरनां बाहर देखदियां ने। दुनिया दे लोग सूरज दियां किरनां दी तरह सानू बाहरों देखते ने, पर चेते रखी एक्सरे केवल चमड़ी दियां ते खड्डियां दियां नाड़ां नू देख सकते ने। पर गुरु दा जेड़ा एक्सरे वे, गुरु दी जेड़ी रूहानीयत दी किरने, ये तां तेरे करोड़ां जन्मां दे मन दी मैल नू भी देख लैंदी, उस थां ते जा पहुँचदी। भाई फेरू ने मसंद बन के सेवा कीती ते मसंद दा अर्थ अज भावें बदल गया। अखरी अर्थ सी मसनद उत्ते बहन वाला, चौंकी ते गद्दी ते बैठन वाला। जिस दिन खजूर ने मसंद बुलाए ते किसे ने कहा महाराज बाबा फेरू जेड़ा गुरु खारे साहब दे वेले मसंद थापिया गया, उन्हें एक टका भी कदी गुरु दरबार विच नहीं भेजिया। दशमेश पिता ने कहा ओदियां मुश्कां बन के आनंदपुर साहब दरबार विच लियांदा जाए। जिस दिन सिख उहदे कोल गए ते बाबा फेरू लंगर दे भांडियां विच खलोता सी, सूत दे बस्तर लंगर दे भांडे अपने हत्थां नाल मांजदा पिया ते मुख उहदे विचों गुरु गुरु दी आवाज़ पई आउंदी। पुछया सी बाबे फेरू नूं लैण वास्ते आए हां, मन च सी कि शायद गद्दी ला के किते बैठा होवेगा, चार चफेरे बड़े वड्डे वड्डे बलवान लोकां नूं खड़ियां करके कि जेड़ा बोलेगा उन्होंने झटका देंगा। नहीं, उन्हें कहा जिस फेरू नूं मिलन आयो आओ देखो लंगर दे जूठे भांडे पिया मांजदा। जदों भांडे मांजदियां उहदे चेहरे नूं देखिया ते प्यारिओ उहदे चेहरे विचों गुरु दा नूर डलकां पिया मारदा सी। खियाना पिया इहदियां मुश्कां बन सकीए। जाके हुक्म सुनाया कि गुरु ने क्या मुश्कां बन के लियाओ, पर असी बन नहीं सकते। तुहाडे जीवन नूं देख के भाई फेरू बजुर्ग हो चुका सी, हाथ जोड़ के कहंदा ओ सिखो आ दाढ़ी चिट्टी होई गुरु दा हुक्म मनन दी यतन कीता है, अजे तक कंधी ते रुखना है। जिमें गुरु ने कहा उस तरह कर लवो, मैनू घट्टो घट हुक्म मनन विच मेरी कुताही ना हो जाए। उन्हां दा खिया ना पिया। पर भाई फेरू अपनियां बावां पिछे करके तुरे आनंदपुर साहब की धरती ते आए। एक घटनावां इतिहास ने समो के रखियां ने।
ਤੇ ਮੈਂ ਤਾਂ ਬੇਨਤੀ ਕਰ ਲੱਗਾ ਸਾਂ ਕਿ ਤੁਹਾਡੇ ਇਸ ਮਾਲਵੇ ਦੀ ਧਰਤੀ ਤੇ ਨਵਾਜਿਆ ਜਿਹਨੂੰ ਗੁਰੂ ਦੇ ਪੁੱਤਰ ਦਾ ਖਿਤਾਬ ਮਿਲਿਆ ਹੈ, ਭਾਈ ਭਗਤੂ ਜੀ ਨੂੰ ਕਦੀ ਸਤ ਸੰਗਤ ਸਾਧੂ ਦੀ ਮਹਿਮਾ ਦੇਖਣੀ ਹੈ ਸੰਗਤ ਦੀ, ਤੇ ਇੱਕ ਘੜੀ ਦਾ ਮਿਲਾਪ ਜ਼ਿੰਦਗੀ ਪਲਟਦਾ ਹੈ। ਗੁਰੂ ਕਲਗੀ ਵਾਲੇ ਦੇ ਸਾਹਮਣੇ ਲੈ ਗਏ, ਭਾਈ ਫੇਰੂ ਦੇ ਬਸਤਰ ਸਾਧ ਮੁਰਾਦੇ, ਆਪਣੇ ਦੋਨਾਂ ਹੱਥਾਂ ਨਾਲ ਆਪਣੀ ਦਾੜੀ ਪਕੜ ਲਈ, ਰੋਈ ਜਾਏ। ਹਜ਼ੂਰ ਨੇ ਆਪਣੇ ਨੇਤਰ ਬੰਦ ਕੀਤੇ। ਵਹੀ ਖਾਤੇ ਵਾਲੇ ਨੇ ਦੇਖਿਆ ਫੇਰੂ ਦੇ ਨਾਮ ਦਾ ਖਾਤਾ ਗੁਰੂ ਕੇ ਘਰ ਦੀ ਮਾਇਆ, ਤੇ ਜਿਹੜੇ ਨਿੰਦਕ ਬੈਠੇ ਸਨ ਉਹ ਸਾਰੇ ਕਹੀ ਜਾਣ ਕਦੀ ਨਹੀਂ ਇਹਨੇ ਕੁਝ ਦਿੱਤਾ। ਤੇ ਮੈਂ ਇੱਕ ਬੇਨਤੀ ਕਰਾਂ ਕਿ ਯਤਨ ਕਰੋ ਆਪਣੀ ਜ਼ਬਾਨ ਤੇ ਕਾਬੂ ਪਾਉਣ ਦਾ। ਗੁਰਮੁਖੋ, ਤਰਲਾ ਲੈ ਕੇ ਕਹਿਣਾ ਵਾ, ਖਨੇਰੇ ਵਿੱਚ ਐਵੇਂ ਤੀਰ ਨਾ ਚਲਾਈ ਜਾਓ। ਖਨੇਰੇ ਵਿੱਚ ਚੱਲਦਿਆਂ ਤੀਰ ਕਈ ਵਾਰੀ ਬੇਦੋਸ਼ੇ ਸਰਵਣ ਵੀ ਮਰ ਜਾਂਦੇ ਨੇ। ਐਵੇਂ ਨਾ ਤੀਰ ਛੱਡੀ ਜਾਈਏ, ਕਿਸੇ ਬਾਰੇ ਸੁਣਿਆ ਸੁਣਾਇਆ ਤੀਰ ਛੱਡ ਦਿੱਤਾ, ਨਾ ਖਨੇਰੇ 'ਚ ਤੀਰ ਛੱਡੋ। ਕਿਉਂ? ਸਰਵਣ ਨੂੰ ਤੀਰ ਵੱਜਾ ਤੇ ਕਈ ਵਾਰੀ ਵੱਜੇ ਹੋਏ ਤੀਰ ਨੇ ਕਹਿ ਦਿੱਤਾ, ਸਾਨੂੰ ਪੁੱਤਰ ਦੇ ਵਿਜੋਗ ਵਿੱਚ ਤੜਫਾਉਣ ਵਾਲਿਆ, ਤੇਰਾ ਅੰਤ ਵੀ ਕਿਤੇ ਪੁੱਤਰ ਦੇ ਵਿਜੋਗ ਵਿੱਚ ਹੀ ਹੋਵੇਗਾ। ਐਵੇਂ ਤੀਰ ਨਾ ਛੱਡੀਏ ਨਿੰਦਿਆ ਦੇ। ਬੈਠਿਆਂ ਨੇ ਕਿਹਾ ਕਦੀ ਵੀ ਇਹਨੇ ਮਾਇਆ ਨਹੀਂ ਜਮ੍ਹਾਂ ਕਰਾਈ। ਭਾਈ ਫੇਰੂ ਰੋਈ ਜਾਏ। ਸਿੱਖਾਂ ਦੇ ਸਵਾਸ ਰੁਕੇ ਨੇ, ਪਤਾ ਨਹੀਂ ਇਸ ਬਾਬੇ ਨੂੰ ਸਜ਼ਾ ਕੀ ਮਿਲਣੀ ਹੈ। ਕਈਆਂ ਨੇ ਕਿਹਾ ਇਹ ਉਹੀ ਜਿਨਨੇ ਭਾਈ ਭਗਤੂ ਦੀ ਸੰਗਤ ਕਰਕੇ ਸਿੱਖ ਬਣਿਆ ਸੀ, ਇਹ ਉਹੀ ਜਿਹਨੂੰ ਗੁਰੂ ਨੇ ਕਿਹਾ ਤੇਰੀ ਜੇਬ ਤੇ ਮੇਰੀ ਜੇਬ ਤੇ ਤੇਰਾ ਹੱਥ। ਗੁਰੂ ਜੀ ਨੇ ਨੇਤਰ ਬੰਦ ਕੀਤੇ, ਪਰਤ ਕੇ ਨੇਤਰ ਖੋਲੇ, ਸਿੰਘਾਸਨ ਤੋਂ ਛਾਲ ਮਾਰੀ ਤੇ ਭਾਈ ਫੇਰੂ ਦੀ ਦਾੜੀ ਪਕੜੀ, ਕੋਈ ਖੱਤ ਚੁੜਾ ਕੇ ਸੀਨੇ ਨਾਲ ਲਾ ਕੇ ਕਿਹਾ ਲੋਕੋ ਰਹਿਣ ਦਿਓ, ਕਾਗਜ਼ ਦੇ ਅੱਖਰ ਨਾ ਵੇਖੋ, ਇਹ ਜਿਹੜੀ ਸੇਵਾ ਕਰਦਾ ਮੇਰੀ ਦਿਲ ਦੀ ਵਹੀ ਤੇ ਲਿਖੀ ਹੋਈ ਹੈ। ਜਿਹੜੀ ਇਹਨੇ ਸੇਵਾ ਕੀਤੀ, ਉੱਥੇ ਗੁਰੂ ਜੀ ਨੇ 5 ਬਖਸ਼ਾਂ ਦਿੱਤੀਆਂ। ਗੁਰੂ ਕੀਆਂ ਸਾਖੀਆਂ ਵਿੱਚ ਇਹ 5 ਸ਼ਬਦ ਨੇ। ਇੱਕ ਘੜੀ ਦੀ ਸੰਗਤ ਜੀਵਨ ਪਲਟ ਗਈ ਤੇ ਪਹੁੰਚਿਆ ਕਿੱਥੇ ਜਾ ਕੇ? ਪਹਿਲੀ ਬਖਸ਼ ਦਿੱਤੀ, ਭਾਈ ਫੇਰੂ ਤੇਰੀ ਸੱਚੀ ਦਾੜੀ। ਦੂਜਾ, ਭਾਈ ਫੇਰੂ ਤੇਰੀ ਸੇਵਾ ਗਾੜੀ। ਤੀਜਾ, ਭਾਈ ਫੇਰੂ ਜਗ ਤੁਲਖਾ ਭਾਰੀ। ਚੌਥੀ, ਭਾਈ ਫੇਰੂ ਜਗ ਕਰਨੀ ਸਾਰੀ। ਤੇ ਪੰਜਵੀਂ ਤੇ ਆ ਕੇ ਕਿਹਾ ਭਾਈ ਫੇਰੂ ਤੇਰੇ ਤੋਂ ਸਤਿਗੁਰ ਬਲਿਹਾਰੀ, ਮੈਂ ਤੇਰੇ ਤੋਂ ਕੁਰਬਾਨ ਜਾਨਾ। ਉੱਥੇ ਭਾਈ ਵੀਰ ਸਿੰਘ ਉਹਨਾਂ ਨੇ ਖੋਜ ਭਰੀ, ਇੱਕ ਪੱਤਰਕਾ ਲਿਖੀ। ਕਹਿੰਦੇ ਨੇ ਜਦੋਂ ਹਜ਼ੂਰ ਨੇ ਕਿਹਾ ਮੈਂ ਤੇਰੇ ਤੋਂ ਬਲਿਹਾਰੀ, ਤੇ ਉਸ ਬਜ਼ੁਰਗ ਬਾਬੇ ਨੇ ਆਪਣੀ ਜ਼ਬਾਨ ਤੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਸੰਬੋਧਨ ਕਰਕੇ ਫਿਰ ਆਹ ਸਤਨਾ ਕਹੀਆਂ। ਕਹਿਣ ਲੱਗਾ ਸਾਡੇ ਸੱਜਣਾ ਜੀ, ਸਾਨੂੰ ਤੇਰੀ ਮਣੀ, ਮਣੀ ਦਾ ਅਰਥ ਮਾਣ, ਪੰਜਾਬੀ ਦੀਆਂ ਸਤਰਾਂ ਨੇ। ਤੇ ਬਾਬਾ ਫੇਰੂ ਕਵੀ ਸੀ, ਉਹ ਕਵਿਤਾ ਰਚਦਾ ਹੁੰਦਾ ਸੀ। ਸਤਿਗੁਰੂ ਨੂੰ ਕਹਿਣ ਲੱਗਾ ਦਾਤਾ ਜੀ ਸਾਡੇ ਸੱਜਣਾ ਜੀ, ਸਾਨੂੰ ਤੇਰੀ ਮਣੀ, ਨਿਮਾਣਿਆਂ ਦਾ ਤੂੰ ਮਾਣ ਸਿਦਾਵੇਂ, ਸਾਡੀ ਪੀ ਤਾਂਗ ਤਣੀ, ਤੈਂ ਜਿਹਾ ਸਾਨੂੰ ਹੋਰ ਨਾ ਕੋਈ, ਅਸੀਂ ਢੂੰਡੀ ਵਣੀ ਵਣੀ। ਫੇਰੂ ਜਾਣ ਸੱਜਣ ਤੋਂ ਵਾਰੀ, ਵਾਰੀ ਤਾਂ ਭਲੀ ਬਣੀ। ਸ਼ਬਦ ਸ਼ੁਰੂ ਕੀਤਾ ਸੀ ਫੇਰੀ ਤੇ ਵਾਰੀ। ਕਹਿਣ ਲੱਗੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਿ ਇਹ ਵਾਰੀ ਮੈਂ ਤੇਰੇ ਚਰਨਾਂ ਤੋਂ ਵਾਰ ਦਿੱਤੀ। ਤੇ ਹਜ਼ੂਰ ਨੇ ਕਿਹਾ ਜਾ ਫੇਰੂ, ਅੱਗੇ ਫੇਰੀਆਂ ਲਾਈਆਂ ਗਲੀਆਂ ਵਿੱਚ, ਸੰਸਾਰ ਵਿੱਚ, ਜੇ ਇਹ ਵਾਰੀ ਸਰੀਰ ਦੀ ਤੂੰ ਗੁਰੂ ਤੋਂ ਵਾਰ ਦਿੱਤੀ, ਜਾਂ ਗੁਰੂ ਨੇ ਤੇਰੀ ਇਸ ਵਾਰੀ ਵਿੱਚ ਸਾਰੇ ਲੇਖੇ ਹੀ ਮੁਕਾ ਦਿੱਤੇ। ਅਸੀਂ ਜੇ ਦੁਰੀਏ ਤੇ ਇਸ ਸਾਰੀ ਘਟਨਾ ਦੀ ਜੜ ਸਿਰਫ ਸਤ ਸੰਗਤ ਹੈ ਜੀਵਨ ਪਲਟਣ ਲਈ। ਭਾਈ ਸਾਹਿਬ ਨੇ ਜਿਹੜਾ ਸ਼ਬਦ ਪੜ੍ਹਿਆ, ਉਹਦੀਆਂ ਕੁਝ ਸਿਰਫ ਸੰਖੇਪ ਜਿਹੀਆਂ ਬੇਨਤੀਆਂ ਨੇ। ਕਹਿਣ ਲੱਗੇ ਮਹਿਮਾ ਸਾਧੂ ਸੰਗ ਕੀ, ਇਕੱਠੇ ਹੋਏ ਸਤ ਸੰਗਿਓ ਸੁਣੋ ਮਹਿਮਾ। ਤੇ ਇਹ ਹਕੀਕਤ ਹੈ, ਗੁਰੂ ਅਰਜੁਨ ਦੇਵ ਦੇ ਅੰਮ੍ਰਿਤ ਬੋਲ ਨੇ, ਮਹਿਮਾ ਸਾਧੂ ਸੰਗ ਕੀ ਸੁਣ ਹੋ ਮੇਰੇ ਮੀਤਾ। ਮਿੱਤਰੋ ਸੁਣੋ, ਮੈਲ ਖੋਈ ਕੋਟ ਅਗ ਹਰੇ, ਅੰਦਰ ਦੀ ਮੈਲ ਧੋਂਦੀ ਏ ਸੰਗਤ, ਕਰੋੜਾਂ ਜਨਮਾਂ ਦੇ ਪਾਪ ਦਗਧ ਹੋ ਜਾਂਦੇ ਨੇ। ਮੈਲ ਖੋਈ ਕੋਟ ਅਗ ਹਰੇ, ਨਿਰਮਲ ਭੈ ਚੀਤਾ ਏਸੀ ਰਖਾਓ। ਤੇ ਮਹਾਰਾਜ ਮਹਿਮਾ ਹੋਰ ਕਿਹੜੀ? ਕਹਿਣ ਲੱਗੇ ਪਿੰਗੁਲ ਪਰਬਤ ਪਾਰ ਪਰੇ, ਖਲ ਚਤਰ ਬਕੀਤਾ, ਅੰਧੁਲੇ ਤ੍ਰਿਭਵਨ ਸੂਜਿਆ ਕੁਰ ਭੇਟ ਪਨੀਤਾ।
ਕਹਿੰਦੇ ਨੇ ਪਿੰਗਲਾ ਬੰਦਾ ਜਿਹਦੇ ਪੈਰ ਨਹੀਂ ਚੱਲਦੇ, ਜੇ ਸਤ ਸੰਗਤ ਵਿੱਚ ਆਵੇ ਸੱਚ ਜਾਣਿਓ ਪਿੰਗਲੇ ਬੰਦੇ ਪਹਾੜਾਂ ਤੇ ਚੜ ਜਾਂਦੇ ਨੇ। ਸਤ ਸੰਗਤ ਵਿੱਚ ਆਵੇ ਅੰਨੇ ਬੰਦੇ ਨੂੰ ਤਿੰਨਾਂ ਭਵਨਾਂ ਦੀ ਸੋਝੀ ਹੋ ਜਾਂਦੀ ਏ। ਜੇ ਕਿਸੇ ਨੂੰ ਸਹੀ ਅਰਥਾਂ ਵਿੱਚ ਸਾਧੂ ਦੀ ਸੰਗਤ ਮਿਲ ਜਾਏ, ਗੁਰੂ ਦੀ ਸੰਗਤ ਮਿਲ ਜਾਏ, ਉਹ ਬੰਦਾ ਅੱਤ ਦਾ ਅਗਿਆਨੀ ਵਿਖਿਆਨ ਕਰਤਾ ਬਣ ਜਾਂਦਾ ਹੈ। ਪਿੰਗਲ ਪਰਬਤ ਪਾਰ ਪਰੇ ਖਲ ਚਤੁਰਬ ਕੀਤਾ, ਅੰਦੁਲੇ ਤ੍ਰਿਭਵਨ ਸੂਝਿਆ ਗੁਰ ਭੇਟ ਪੁਨੀਤਾ। ਮਹਿਮਾ ਸਾਧੂ ਸੰਗ ਕੀ ਸੁਨੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ ਨਿਰਮਲ ਭੈ ਚੀਤਾ। ਐਸੀ ਭਗਤ ਗੋਬਿੰਦ ਕੀ ਕੀਟ ਖਸਤੀ ਜੀਤਾ, ਜੋ ਜੋ ਕੀਨੋ ਆਪਣੋ ਤਿਸ ਅਭੈ ਦਾਨ ਦਿੱਤਾ। ਸਿੰਘ ਬਿਲਾਈ ਹੋ ਗਏ ਉਤਰਨ ਮੇਰ ਦਖੀਤਾ, ਸ਼ਰਮ ਕਰਤੇ ਦਮ ਆਡ ਕੋ ਤੇ ਗਨੀ ਤਨੀਤਾ। ਸਾਹਿਬ ਨੇ ਕਿਹਾ ਸਤ ਸੰਗਤ ਨੇ ਦਰ ਦਰ ਤੇ ਰੁਲਣ ਵਾਲਿਆਂ ਨੂੰ ਸ਼ਾਹ ਬਣਾ ਦਿੱਤਾ। ਇੱਥੇ ਤਿਣਕਿਆਂ ਨੂੰ ਪਹਾੜ ਵਰਗੀ ਅਡੋਲਤਾ ਦੇ ਦਿੱਤੀ। ਚੇਤੇ ਰੱਖਿਓ ਇੱਥੇ ਕੀੜੀ ਨਿਮਰਤਾ ਸੰਗਤ ਵਿੱਚ ਰਹਿਣ ਵਾਲੇ ਅਖੰਕਾਰੀ ਖਾਤੀਆਂ ਨੂੰ ਜਿੱਤ ਗਏ, ਤੇ ਗੁਰੂ ਨੇ ਸ਼ੇਰ ਵਰਗੀ ਖੂੰਖਾਰ ਬਿਰਤੀ ਨੂੰ ਬਿੱਲੀ ਵਰਗੀ ਨਿਮਰਤਾ ਦੇ ਦਿੱਤੀ। ਅਖੀਰਲੀਆਂ ਤੁਕਾਂ ਸਨ ਕਿ ਕਵਨ ਵਡਾਈ ਕਹਿ ਸਕੂੰ, ਕਿੰਨੀ ਕੁ ਵਡਿਆਈ ਕਰਾਂ ਆਪਣੇ ਗੁਰੂ ਦੀ ਸੰਗਤ ਦੀ। ਕਵਨ ਵਡਾਈ ਕਹਿ ਸਕੂੰ ਬੇਅੰਤ ਗੁਨੀਤਾ, ਕਰ ਕਿਰਪਾ ਮੋਹੇ ਨਾਮ ਦੇਖੋ ਨਾਨਕ ਦਰ ਸਰੀਤਾ। ਕਹਿੰਦੇ ਨੇ ਸਤ ਸੰਗਤ ਦੀ ਮਹਿਮਾ ਨਹੀਂ ਕਹੀ ਜਾ ਸਕਦੀ, ਪਰ ਦਾਤਾ ਸੰਗਤ ਵਿੱਚ ਤੇਰੇ ਦਰ ਦਾ ਸਰੀਤਾ ਮੰਗਤਾ ਬਣ ਕੇ ਆਇਆ। ਸੰਗਤ ਵਿੱਚ ਆਏ ਦੀ ਝੋਲੀ ਵਿੱਚ ਨਾਮ ਦੀ ਦਾਤ ਪਾ। ਪਿਆਰਿਓ ਆਓ, ਜਿਹੜੀ ਅਸੀਂ ਕੱਲ ਵੀ ਬੇਨਤੀ ਆਪ ਨਾਲ ਸਾਂਝੀ ਕੀਤੀ, ਸਾਰੇ ਪ੍ਰਚਾਰਕ ਕੀਰਤਨੀਆਂ ਨੇ, ਇਸ ਜ਼ਿੰਦਗੀ ਨੂੰ ਥੋੜਾ ਜਿਹਾ ਵਿਕਾਸ ਵਾਲੇ ਪਾਸੇ ਲੈ ਚਲੀਏ। ਆਤਮਾ ਦੇ ਤਲ ਤੇ ਜੀਣ ਦੀ ਜਾਚ ਸਿੱਖੀਏ, ਸਤ ਸੰਗਤ ਕਰੀਏ। ਕਹਿਣ ਨੂੰ ਸਾਰੀ ਅਸੀਂ ਕਹੀ ਜਾਂਦੇ ਹਾਂ, ਮੈਂ ਵੀ ਕਹਿ ਦੇਣਾ ਕਿ ਗੁਰਬਾਣੀ ਨਾਲ ਜੁੜੋ। ਕੇਵਲ ਕਹਿਣ ਮਾਤਰ ਨਹੀਂ, ਸੱਚੀ ਮੁੱਚੀ ਜੁੜਨਾ ਸ਼ੁਰੂ ਕਰ ਦਈਏ। ਇੱਕ ਗੱਲ ਖਾਸ ਕਰਕੇ ਕਿ ਜਿਹੜੇ ਆਪਣੇ ਅਸਲੇ ਨੂੰ, ਆਪਣੇ ਮੂਲ ਨੂੰ ਛੱਡ ਜਾਣ, ਉਹਨਾਂ ਦਾ ਫਿਰ ਬਚਾਅ ਨਹੀਂ ਜੇ। ਉਹੀ ਦਾਣੇ ਚੱਕੀ ਦੇ ਦੋ ਪੁੜਾਂ ਵਿੱਚ ਸਾਬਤ ਬਚਦੇ ਨੇ ਜਿਹੜੇ ਕਿੱਲੀ ਨਾਲ ਜੁੜ ਜਾਂਦੇ ਨੇ। ਜਿਹੜੇ ਕਿੱਲੀ ਨੂੰ ਛੱਡ ਕੇ ਦੂਰ ਚਲੇ ਜਾਣ, ਚੇਤੇ ਰੱਖਿਓ ਉਹਨੂੰ ਪੱਥਰ ਦੀ ਚੱਕੀ ਪੀ ਕੇ ਦੁਫਾੜ ਕਰਕੇ ਮੈਦਾ ਬਣਾ ਦਿੰਦੀ ਹੈ। ਪਰਮਾਤਮਾ ਦਾ ਨਾਮ ਇੱਕ ਮਰਕਜ਼ ਹੈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇੱਕ ਧੁਰਾ ਹੈ। ਆਪਣੇ ਅੰਤਰ ਆਤਮੇ ਨੂੰ ਉਹਦੇ ਨਾਲ ਜੋੜ ਕੇ ਆਪਣੀ ਜ਼ਿੰਦਗੀ ਨੂੰ ਸਫਲਾਉਣ ਦਾ ਯਤਨ ਕਰੀਏ। ਆਪ ਸਭ ਦਾ ਧੰਨਵਾਦ। ਸਭ ਤੋਂ ਵੱਧ ਉਸ ਅਕਾਲ ਪੁਰਖ ਦਾ। ਗੁਰਮੁਖੋ ਆਪ ਥੋੜਾ ਜਿਹਾ ਟਿਕ ਜਾਇਓ। ਮੈਨੂੰ ਪਤਾ ਹੈ ਕਿ ਸਮਾਂ ਕਾਫੀ ਹੋ ਚੁੱਕਾ ਹੈ, ਤੁਸੀਂ ਜਾਣਾ ਵੀ ਹੈ, ਅਸਾਂ ਵੀ 3-3 ਘੰਟੇ ਦਾ ਸਫ਼ਰ ਕਰਕੇ ਅੱਗੇ ਜਾਣਾ ਹੈ। ਥੋੜਾ ਜਿਹਾ ਟਿਕ ਕੇ ਘੱਟੋ ਘੱਟ ਅਰਦਾਸ ਤੇ ਗੁਰੂ ਜੀ ਦੇ ਅੰਮ੍ਰਿਤ ਬੋਲਾਂ ਨੂੰ ਆਪਾਂ ਵਾਕ ਸੁਣ ਕੇ ਜਾਈਏ। ਸਿਰਫ ਇੱਕ ਬੇਨਤੀ ਕਿ ਆਪਣੇ ਅੰਦਰ ਨੂੰ ਪਰਮਾਤਮ ਦੇਵ ਵਾਲੇ ਪਾਸੇ ਤੋਰਨ ਲਈ ਨਾਮ ਸਿਮਰਨ ਤੇ ਬਾਣੀ ਨਾਲ ਜੋੜਨ ਦਾ ਯਤਨ ਕਰੀਏ। ਸਭ ਤੋਂ ਵੱਡੀ ਕਿਰਪਾ ਅਕਾਲ ਪੁਰਖ ਵਾਹਿਗੁਰੂ ਜੀ ਜਿਨ੍ਹਾਂ ਤਰੁੱਠ ਕੇ ਮਾਨਵਤੇਈ ਦੇ ਦਿੱਤੀ। ਫਿਰ ਸ਼ੁਕਰ ਉਸ ਵਾਹਿਗੁਰੂ ਦਾ ਆਕਾਰ ਤੋਂ ਸਾਕਾਰ ਬਣ ਗੁਰੂ ਨਾਨਕ ਦੇ ਰੂਪ ਚ ਆਇਆ। ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਤਰੁੱਠੇ ਧੁਰ ਕੀ ਬਾਣੀ ਦਿੱਤੀ, ਗੁਰੂ ਕਲਗੀ ਵਾਲੇ ਤੋਂ ਕੁਰਬਾਨ ਜਾਈਏ। ਅੰਮ੍ਰਿਤ ਦਾ ਕੀਮਤੀ ਹੀਰਾ ਝੋਲੀ ਚ ਪਾਇਆ ਤੇ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਡੇ ਸਾਰਿਆਂ ਤੇ ਕਿਰਪਾ ਕੀਤੀ, ਆਪਣੇ ਚਰਨਾਂ ਵਿੱਚ ਜੁੜਨ ਦਾ ਸੁਭਾਗ ਬਖਸ਼ਿਆ। ਸਮੂਹ ਪ੍ਰਬੰਧਕ ਵੀਰਾਂ ਦਾ ਔਰ ਖਾਸ ਕਰਕੇ ਸਿੰਗਲਾ ਜੀ ਔਰ ਬੀਬੀ ਜੀ ਉਦਮ ਤੇ ਪ੍ਰੇਰਨਾ ਅਕਾਲ ਪੁਰਖ ਵਾਹਿਗੁਰੂ ਨੇ ਦਿੱਤੀ। ਉਹਨੇ ਸੂਝ ਦੇ ਕੇ ਇਸ ਪਾਸੇ ਤੋਰਿਆ। ਆਪ ਸੰਗਤ ਜਿਤਨੇ ਵੀ ਕਦਮ ਚੱਲ ਕੇ ਆਇਓ, ਸਭ ਦਾ ਕੋਟਾਨ ਕੋਟ ਸ਼ੁਕਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Please subscribe and share. Thanks for watching.